तनो मनो तनो उस वतन ते जो किसानी अंदोलन हो रहा है ਉਹਦੇ ਲਈ ਪੂਰੇ ਜ਼ੋਰ ਸ਼ੋਰ ਨਾਲ, ਪੂਰੇ ਦਰਦ ਨਾਲ ਹਰ ਪਹਿਲੂ ਦੇ ਉੱਤੇ ਕੋਸ਼ਿਸ਼ ਕਰ ਰਹੇ ਹਾਂ। ਔਰ ਅੱਜ ਪਹਿਲੀ ਵਾਰ ਹੈ ਕਿ ਇਸ ਸੰਬੰਧ ਦੇ ਵਿੱਚ ਇੱਕ ਕਵੀ ਦਰਬਾਰ ਰੱਖਿਆ ਗਿਆ, ਜੋ ਕਿ ਆਪਣੀ ਕਾਵਿ ਰਚਨਾਵਾਂ ਔਰ ਆਪਣੇ ਜਿਹੜੇ ਇਸ ਸ਼ਾਇਰੋ ਸ਼ਾਇਰੀ ਔਰ ਇਹਨਾਂ ਦੇ ਨਾਲ ਆਪਣਾ ਜੋ ਇਹ ਅੱਜ ਇੱਕ ਰੰਗ ਹੈ ਉਹ ਪੇਸ਼ ਕੀਤਾ ਜਾਵੇਗਾ। ਸੋ ਮੈਂ ਇਸ ਕਵੀ ਦਰਬਾਰ ਨੂੰ ਅੱਗੇ ਵਧਾਉਣ ਲਈ ਸਾਥੀ ਨੇ ਸਾਜ ਮੇਰ ਸਿੰਘ ਜੀ ਪਰਦੇਸੀ, ਜੋ ਟੋਰਾਂਟੋ ਤੇ ਨੇ, ਪਿੱਛੋਂ ਪੰਜਾਬ ਵਤਨ ਤੋਂ ਗੁਰਦਾਸਪੁਰ ਦੇ ਨੇ। ਉਸ ਤੋਂ ਬਾਅਦ ਸਰ ਰਣਜੀਤ ਸਿੰਘ ਗਿੱਲ, ਜੋ ਫ੍ਰਿਜ਼ਨੋ ਤੋਂ ਨੇ, ਔਰ ਉਹ ਪਿੱਛੋਂ ਲੁਧਿਆਣੇ ਤੋਂ, ਔਰ ਸਰ ਇੰਦਰਜੀਤ ਸਿੰਘ ਜੀ ਗਰੇਵਾਲ, ਜੋ ਕੈਲੀਫੋਰਨੀਆ 'ਚ ਨੇ। ਇਹ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਤੋ ਸਭ ਤੋਂ ਪਹਿਲਾਂ ਜੋ ਰਸਮ ਹੁੰਦੀ ਹੈ ਕਵੀ ਦਰਬਾਰ ਦੀ, ਮੈਂ ਆਪਣੀ ਵਾਈਫ ਨੂੰ ਬੇਨਤੀ ਕਰਾਂਗਾ ਕਿ ਉਹ ਸ਼ਮਾ ਰੋਸ਼ਨ ਕਰਕੇ ਤੇ ਇਸ ਸ਼ੁਰੂਆਤ ਦਾ ਜੋ ਰਸਮ ਹੈ ਇਸ ਸ਼ਮਾ ਰੋਸ਼ਨ ਦੀ, ਉਹਨੂੰ ਉਹ ਆਪਣੇ ਕਰ ਕਮਲਾਂ ਨਾਲ ਲਓ ਜੀ, ਤਾੜੀਆਂ ਦੇ ਨਾਲ ਸਵਾਗਤ ਇਸ ਸ਼ਮਾ ਰੋਸ਼ਨ ਦਾ। ਇਹ ਦੁਨੀਆ ਦੇ ਇਤਿਹਾਸ ਵਿੱਚ ਏਡਾ ਵੱਡਾ ਬਣ ਗਿਆ ਇਹ ਦਿੱਲੀ ਦਾ ਮਹਾ ਅੰਦੋਲਨ ਕਿ ਸਾਰੀ ਦੁਨੀਆ ਹੀ ਇਸ 'ਚ ਇਨਵੋਲਵ ਹੋ ਗਈ। ਔਰ ਵਤਨ ਤੋਂ ਅਸੀਂ ਦੂਰ ਬੈਠੇ ਆਪਾਂ ਉਸ ਗੁਰੂ ਸਾਹਿਬਾਨਾਂ ਦੀ ਚਰਨਾਂ ਦੀ ਸ਼ੋਅ ਪ੍ਰਾਪਤ ਮਿੱਟੀ ਦੀ ਖੁਸ਼ਬੂ ਸਾਂਭੀ ਬੈਠੇ ਅਸੀਂ ਇੱਥੇ ਹਾਂ, ਲੇਕਿਨ ਸਾਡੀ ਰੂਹ ਤੜਪ ਰਹੀ ਹੈ, ਸਾਡਾ ਦਿਲ ਉੱਥੇ ਹੈ। ਸੋ ਉੱਥੇ ਜੋ ਇਹ 3 ਕਾਲੇ ਕਾਨੂੰਨ ਬਣੇ, ਇਹਦੇ ਨਾਲ ਕੇਵਲ ਕਿਸਾਨੀ ਔਰ ਮਜ਼ਦੂਰੀ ਦਾ ਨਹੀਂ, ਜੋ ਇਹਦੇ ਪਿੱਛੇ ਚਾਲਾਂ ਨਜ਼ਰ ਆ ਰਹੀਆਂ ਸਨ ਕਿ ਪੰਜਾਬੀ ਔਰ ਪੰਜਾਬੀਅਤ ਨੂੰ ਖਤਮ ਕਰਨ ਦੇ ਮਨਸੂਬੇ, ਇਹ ਪ੍ਰਵਾਸੀ ਕਿਉਂਕਿ ਬੜੀ ਉਚਾਈ ਤੇ ਨੇ, ਬੜੇ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਉਹਨਾਂ ਨੇ ਭਾਂਪ ਲਿਆ। ਔਰ ਸਾਡੇ ਕਿਸਾਨ ਭੋਲੇ ਭਾਲੇ ਮਿਹਨਤੀ ਲੋਕ, ਬੜੇ ਸ਼ਰੀਫ ਲੋਕ, ਉਹਨਾਂ ਨੂੰ ਉਹ ਬੇਵਕੂਫ ਬਣਾਉਂਦੇ ਰਹੇ। ਲੇਕਿਨ ਜਿਸ ਤਰ੍ਹਾਂ ਪ੍ਰਵਾਸੀ ਉੱਠੇ ਨੇ ਔਰ ਪ੍ਰਵਾਸੀਆਂ ਨੇ ਤਨੋ ਮਨੋ ਤਨੋ ਇਸ ਅੰਦੋਲਨ ਨੂੰ ਇਕੱਲੇ ਪੈਸੇ ਨਾਲ ਹੀ ਨਹੀਂ, ਪੂਰੀ ਗਾਈਡੈਂਸ ਔਰ ਹਰ ਚੀਜ਼ ਦਿੱਤੀ ਹੈ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਹਦੇ ਲਈ ਸਭ ਤੋਂ ਪਹਿਲਾਂ ਜਿਹੜੀਆਂ ਰੂਹਾਂ ਵਿਛੜ ਗਈਆਂ ਉਹਨਾਂ ਦੇ ਲਈ ਅਸੀਂ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਾਂ। ਜੋ ਸਾਡੇ ਸ਼ੂਰਵੀਰ ਯੋਧੇ ਇਸ ਘੋਲ ਦੌਰਾਨ ਸ਼ਹਾਦਤ ਪਾ ਗਏ, ਉਹ ਬਹੁਤ ਹੀ ਇੱਕ ਸਾਡੇ ਲਈ ਇੱਕ ਸਾਡੀ ਮਨ ਦੀ ਜਿਹੜੀ ਪੀੜਾ ਹੈ ਉਹ ਵਧਾ ਗਏ, ਪਰ ਸਾਨੂੰ ਹੌਸਲਾ ਵੀ ਦੇ ਗਏ। ਔਰ ਉਹਨਾਂ ਦੇ ਉੱਤੇ ਇੱਕ ਕੁਛ ਲਾਈਨਾਂ ਯਾਦ ਆਈਆਂ, ਬਹੁਤ ਖੂਬ ਸਨ ਉਹ ਲੋਕ ਜੋ ਕਿਸਾਨੀ ਦੀ ਪਹਿਚਾਨ ਬਣਾ ਗਏ। ਬਹੁਤ ਖੂਬਸੂਰਤ ਸਨ, ਬਹੁਤ ਖੂਬ ਸਨ ਉਹ ਲੋਕ ਜੋ ਕਿਸਾਨੀ ਦੀ ਪਹਿਚਾਨ ਦੇ ਗਏ। ਸਾਡੀ ਇਸ ਪਹਿਚਾਨ ਲਈ ਉਹ ਆਪਣੀ ਜਾਨ ਤੱਕ ਦੇ ਗਏ। ਸੋ ਉਹਨਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਕੇ ਹਮੇਸ਼ਾ ਯਾਦ ਰੱਖਾਂਗੇ। ਔਰ ਇਸ ਕਿਸਾਨੀ ਅੰਦੋਲਨ ਦੀ ਜਦ ਵੀ ਇਤਿਹਾਸ ਲਿਖਿਆ ਜਾਊਗਾ, ਉਹਨਾਂ ਦਾ ਨਾਂ ਲਿਖਿਆ ਜਾਊਗਾ। ਸੋ ਮੈਂ ਜੋ ਮਹਿਸੂਸ ਕੀਤਾ ਉਸ ਘੋਲ ਦੇ ਵਿੱਚੋਂ ਕਿ ਜਿਸ ਤਰ੍ਹਾਂ ਦਿੱਲੀ ਨੂੰ ਨੌਜਵਾਨ ਆਏ ਆ, ਜਿਸ ਤਰ੍ਹਾਂ ਉਹਨਾਂ ਦੇ ਵਿੱਚ ਜੋਸ਼ ਔਰ ਹੋਸ਼, ਜਿਸ ਤਰ੍ਹਾਂ ਉਹਨਾਂ ਦੇ ਵਿੱਚ ਡਿਸਿਪਲਨ, ਔਰ ਜਿਸ ਤਰ੍ਹਾਂ ਉਹਨਾਂ ਨੇ ਉਸ ਸਾਰਾ ਉਹਨੂੰ ਆਰਗੇਨਾਈਜ਼ ਕੀਤਾ, ਉਹਦੇ ਤੋਂ ਇੱਕ ਆਸ ਦੀ ਕਿਰਨ ਵੱਜੀ ਆ ਕਿ ਇਹ ਕੇਵਲ ਇੱਥੇ ਹੀ ਨਹੀਂ, ਇਹ ਜਾਗ ਪਏ ਨੇ, ਉੱਠ ਖੜੇ ਹੋਏ ਨੇ। ਔਰ ਇਹ ਇੱਕ ਨਵੀਂ, ਜਿੱਦਾਂ ਕਹਿ ਲਓ, ਸਾਨੂੰ ਇੱਕ ਹਨੇਰੇ 'ਚ ਬੜੀ ਕਿਰਨ ਨਜ਼ਰ ਆਈ ਆ। तो ਉਹਦੇ ਉੱਤੇ ਇੱਕ 2 ਲਾਈਨਾਂ ਲਿਖੀਆਂ, ठहरो अपनी पतंगों को बाहों में छिपा लो,
ठहरो अपनी पतंगों को बाहों में छिपा लो, हवाओं का रुख बदलने की खबर वतन से आई है। सो ਇਹ ਸ਼ੇਰ ਉਹਨਾਂ ਦੀ ਜਿੱਦਾਂ ਇੱਕ ਸ਼ਾਨੋ ਸ਼ੌਕਤ ਦੇ ਵਿੱਚ ਉਹਨਾਂ ਨੇ ਜੋ ਕੀਤਾ ਹੈ। ਔਰ ਹੁਣ ਮੈਂ ਬੇਨਤੀ ਕਰਾਂਗਾ ਕਿ ਮਾਨਯੋਗ ਪਰਦੇਸੀ ਜੀ ਆਪਣਾ ਰੰਗ ਬਿਖੇਰਨ ਦੇ ਲਈ ਅੱਗੇ ਆਉਣਗੇ। ਮਾਨਯੋਗ ਪਰਦੇਸੀ ਜੀ। ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਜਿਸ ਤਰੀਕੇ ਨਾਲ ਤੁਸੀਂ ਸ਼ਹੀਦਾਂ ਦੀ ਗੱਲ ਕੀਤੀ ਆ, ਸਭ ਤੋਂ ਪਹਿਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ, ਜਿਨ੍ਹਾਂ ਨੇ ਕਿਸਾਨੀ ਭਵਿੱਖ ਲਈ ਵਾਰ ਦਿੱਤੀ ਹੈ ਜਾਨ। ਪਹਿਲੋਂ ਮੈਨੂੰ ਨਹੀਂ ਸੀ ਪਤਾ ਵੀ ਇਹ ਵੀ ਪ੍ਰੋਗਰਾਮ ਨੇ, ਤੇ ਹੋ ਸਕਦਾ ਸੀ ਹੋਰ ਵੀ ਲੈਣਾ ਲਿਖ ਲੈਂਦਾ, ਤੇ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜੀ। ਔਰ ਸਭ ਤੋਂ ਪਹਿਲੋਂ ਤੇ ਮੈਂ ਫੇਸਬੁੱਕ ਤੇ ਹੀ ਅੱਜ ਜਿਹੜੀ ਇਹਦੇ ਸੰਬੰਧ ਦੇ ਵਿੱਚ ਹੀ, ਕਿਉਂਕਿ ਮੇਰਾ ਸੁਭਾਅ ਆ ਵੀ ਜਿਹੜਾ ਵੀ ਕੰਮ ਸ਼ੁਰੂ ਕਰਨਾ ਉਹਦੇ ਨਾਲ ਰਿਲੇਟਡ ਮੈਂ ਗੱਲ ਲਿਖਦਾ ਹੁੰਦਾ ਵਾ ਕੋਈ ਨਾ ਕੋਈ। ਉਹ ਸੀ ਜਿਹੜੀ ਫੇਸਬੁੱਕ ਸਾਡੀ ਚਰਚਾ ਚੱਲੀ ਉਹਦੇ ਉੱਤੇ 2 ਲੈਣਾ। ਤੇ ਮੇਰੀ ਆਵਾਜ਼ ਆ ਰਹੀ ਜੀ? ਸਾਰਿਆਂ ਨੂੰ ਸੁਣ ਰਹੇ ਨੇ ਮੇਰੀ ਆਵਾਜ਼? ਬਿਲਕੁਲ ਆ ਰਹੀ। ਹਾਂਜੀ, ਉਹ ਫੇਸਬੁੱਕ ਚਰਚਾ ਤੇ ਮੈਂ ਹੁਣੇ ਲਿਖੀ ਸੀ, ਤੇ ਉਹ ਥੋੜੀ ਤੁਹਾਡੇ ਨਾਲ ਸ਼ੇਅਰ ਕਰਕੇ ਤੇ ਫਿਰ ਇੱਕ ਥੋੜੀ એનર્ਜੀ ਵਾਲੀ ਤੁਹਾਨੂੰ ਇੱਕ ਕਵਿਤਾ ਸੁਣਾਉਣੇ ਆ ਵੀ ਉਹਦੇ ਵਿੱਚ ਕਿਹੜੇ ਕਿਹੜੇ ਤੁਰੇ ਆ। ਤੇ ਫੇਸਬੁੱਕ ਵਾਲੀ ਹੈਗੀ ਜੀ, ਦਸੰਬਰ ਦਾ ਮਹੀਨਾ ਜਾਂ ਦੇਸੀ ਮਹੀਨਾ ਪੋਹ, ਦਿੱਲੀ ਪੰਜਾਬ ਦਿੱਲੀ ਵਿੱਚ ਠੰਡ ਬੜੀ, ਕੈਨੇਡਾ ਵਿੱਚ ਸਨੋ। ਕਿਉਂਕਿ ਉਹ ਆਪਾਂ ਸਾਰਾ ਕਵਰ ਕਰਨਾ ਵਾ। ਦਸੰਬਰ ਦਾ ਮਹੀਨਾ ਜਾਂ ਦੇਸੀ ਮਹੀਨਾ ਪੋਹ, ਪੰਜਾਬ ਦਿੱਲੀ ਵਿੱਚ ਠੰਡ ਬੜੀ, ਕੈਨੇਡਾ ਵਿੱਚ ਸਨੋ। ਕੈਨੇਡਾ US ਇੰਡੀਆ ਜਰਮਨ ਇਕੱਠਾ ਗਿਆ ਹੋ, ਚੌਂਕੀਦਾਰ ਗੂੜੀ ਨੀਂਦੇ ਬਹੁਤ ਗਿਆ ਏ ਸੋ। ਇਸੇ ਮਹੀਨੇ ਗੁਰੂ ਸਾਹਿਬ ਨੇ ਪਾਰ ਕੀਤੀ ਸੀ ਸਰਸਾ, ਸਿੱਖ ਕੌਮ ਲਈ ਪਰਿਵਾਰ ਵਾਰ ਕੇ ਤਾਰਿਆ ਸਾਰਾ ਖਰਚਾ। ਨਾ ਬਦਲਿਆ ਜ਼ੁਲਮ ਤੇ ਨਾ ਬਦਲੀ ਬਿਰਤੀ, ਹਮੇਸ਼ਾ ਵਾਂਗ ਲੁੱਟਿਆ ਜਾਂਦਾ ਕਿਸਾਨ ਨਾਲ ਹੀ ਬਿਰਤ ਕਿਰਤੀ। ਹਾਕਮ ਦੇ ਹੈ ਵੱਲੋਂ ਜਦੋਂ ਅੱਤ ਜਾਂਦੀ ਹੈ ਹੋ, ਖਾਲਸਾ ਹਮੇਸ਼ਾ ਕੰਧ ਬਣ ਕੇ ਜਾਂਦਾ ਅੱਗੇ ਖਲੋ। ਸੱਚ ਕਹਿਣ ਵਾਲਿਆਂ ਤੇ ਹੱਕ ਹਮੇਸ਼ਾ ਕਰੇ ਪਰਚਾ, ਇਸੇ ਲਈ ਇਹ ਫੇਸਬੁੱਕ ਤੇ ਸ਼ੁਰੂ ਹੋ ਗਈ ਏ ਚਰਚਾ। ਪਰਦੇਸੀ ਵੀ ਫੇਸਬੁੱਕ ਚਰਚਾ ਦਾ ਬਣਿਆ ਹਿੱਸਾ, ਕਲਮ ਦੇ ਨਾਲ ਹਮੇਸ਼ਾ ਲਿਖਣਾ ਚਾਹੀਦਾ ਸੱਚਾ ਕਿੱਸਾ। ਕਲਮ ਨਾਲ ਹਮੇਸ਼ਾ ਲਿਖਣਾ ਚਾਹੀਦਾ ਸੱਚਾ ਕਿੱਸਾ। ਸੋ ਜੇ ਕਲਮ ਮਿਲੀ ਆ ਤੇ ਇਹਦਾ ਸੱਚ ਦਾ ਉਪਯੋਗ ਕਰਨਾ ਚਾਹੀਦਾ ਵਾ। ਸੋ ਮੈਨੂੰ ਆਸ ਹੈ ਜੀ ਤੁਹਾਨੂੰ ਇਹ ਚੀਜ਼ ਪਸੰਦ ਆਈ ਹੋਵੇਗੀ। ਤੇ ਹੁਣ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜੀ ਵੀ ਕਿਹੜਾ ਬੰਦਾ ਕਿੱਥੋਂ ਤੁਰਿਆ ਤੇ ਕੌਣ ਕੌਣ ਤੁਰੇ। ਉਹ ਸਾਰੀ ਮੈਂ ਤੁਹਾਨੂੰ ਕਵਿਤਾ ਜਿਹੜੀ ਹੈ ਉਹ ਸੁਣਾ ਰਿਹਾ। ਇਹ ਥੋੜੀ ਜੀ એનર્ਜੀ ਵੀ ਭਰੇਗੀ, ਔਰ ਸਾਰੇ ਜਿੰਨੇ ਵੀ ਸਾਡੇ ਜਿੰਨਾ ਵੀ ਇਹਦੇ ਚ ਸ਼ਾਮਲ ਹੋਏ ਉਹਨਾਂ ਦੀ ਗੱਲ ਆ। ਪਿੰਡਾਂ ਚੋਂ ਕਿਸਾਨ ਅਤੇ ਨਾਲ ਮਜ਼ਦੂਰ ਤੁਰੇ, ਪਿੰਡਾਂ ਚੋਂ ਕਿਸਾਨ ਅਤੇ ਨਾਲ ਮਜ਼ਦੂਰ ਤੁਰੇ, ਘਰ ਨੀ ਜੇ ਛੱਡ ਹੁੰਦੇ ਹੋ ਕੇ ਮਜਬੂਰ ਤੁਰੇ। ਮਾਲਵੇ ਚੋਂ ਬਾਈ ਅਤੇ ਮਾਝੇ ਵਿੱਚੋਂ ਭਾਊ ਤੁਰੇ, ਬਿਹਾਰ ਚੋਂ ਬਿਹਾਰੀ ਬਾਬੂ, ਹਰਿਆਣੇ ਵਿੱਚੋਂ ਤਾਊ ਤੁਰੇ। ਸ਼ਹਿਰਾਂ ਤੇ ਕਸਬਿਆਂ ਚੋਂ ਮੇਲ ਸਭ ਬਾਊ ਤੁਰੇ, ਤੇ ਗੁੰਡੇ ਬਦਮਾਸ਼ ਨਹੀਂ ਲੋਕ ਸਭ ਸਾਊ ਤੁਰੇ। ਕਾਨੂੰਨ ਦੇ ਜਾਣਕਾਰ ਸਾਰੇ ਹੀ ਵਕੀਲ ਤੁਰੇ, ਤੇ ਜ਼ੁਲਮ ਦੇ ਸਤਾਏ ਕਈ ਹੋ ਕੇ ਵੀ ਜਲੀਲ ਤੁਰੇ। ਕਾਲਜਾਂ ਚ ਕੁੜੀਆਂ ਤੇ ਮੁੰਡੇ ਸਭ ਪਾੜੇ ਤੁਰੇ, ਕਿਸਾਨੀ ਝੰਡਾ ਲਾ ਕੇ ਵਿਆਹੁਣ ਲਈ ਲਾੜੇ ਤੁਰੇ। ਕਲਮਾਂ ਦੇ ਧਣੀ ਕਈ ਕਵੀ ਤੇ ਲਖਾਰੀ ਤੁਰੇ, ਉਹ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵੀ ਖਿਡਾਰੀ ਤੁਰੇ। ਕਿਸਾਨੀ ਦੇ ਹੱਕ ਵਿੱਚ ਗਾਉਂਦੇ ਕਈ ਗਵਈਏ ਤੁਰੇ, ਬਾਜਾਂ ਵਾਲੇ ਦੇ ਪੜ ਕੇ ਕਈ ਸਵਈਏ ਤੁਰੇ। ਲਾਡਲੀਆਂ ਫੌਜਾਂ ਓਏ ਗੁਰੂ ਕੇ ਨਿਹੰਗ ਤੁਰੇ। ਕਿਸਾਨ ਪਰਦੇਸੀ ਸਾਹਿਬ ਦਾ ਲੱਗਦਾ ਇੰਟਰਨੈਟ ਥੋੜਾ ਸਲੋ ਹੋ ਗਿਆ। ਹਾਂਜੀ। ਡਾਕਟਰ ਵੀਰ ਭੈਣ ਲੈ ਸੇਵਾ ਲਈ ਦਵਾਈ ਤੁਰੇ, ਤੇ ਦਿੱਲੀ ਵਾਲੇ ਸੇਵਾ ਲਈ ਲੈ ਕੰਬਲ ਤੇ ਰਜਾਈ ਤੁਰੇ। ਡਾਕਟਰ ਵੀਰ ਭੈਣ ਲੈ ਸੇਵਾ ਲਈ ਦਵਾਈ ਤੁਰੇ, ਦਿੱਲੀ ਵਾਲੇ ਸੇਵਾ ਲਈ ਲੈ ਕੰਬਲ ਤੇ ਰਜਾਈ ਤੁਰੇ। 24 ਘੰਟੇ ਗੁਰੂ ਕਾ ਲੰਗਰ ਬੈਠੇ ਲਾਈ ਜੇ, ਦਿੱਲੀ ਵਾਲੇ ਵੀ ਬਹਿ ਕੇ ਨਾਲ ਜਾਂਦੇ ਖਾਈ ਜੇ। ਢਾਡੀ ਤੇ ਕਵੀਸ਼ਰ ਹੁੰਦੇ ਜੋਸ਼ ਭਰਨ ਨੂੰ, ਯੋਧੇ ਸੂਰਮੇ ਅੱਗੇ ਹਮੇਸ਼ਾ ਹੁੰਦੇ ਲੜਨ ਨੂੰ। ਦਿੱਲੀ ਵਿੱਚ ਅੱਜ ਕੱਲ ਨਾ ਹੁੰਦੇ ਬਲਾਤਕਾਰ ਜੇ, ਦਿੱਲੀ ਬਾਰਡਰ ਤੇ ਜਦੋਂ ਦੇ ਬੈਠੇ ਸਰਦਾਰ ਜੇ। ਸਰਕਾਰ ਫੇਵਰ ਕਰੇ ਡਾਨੀਆਂ ਅਬਾਨੀਆਂ ਦੀ, ਤੇ ਘਾਟ ਵੀ ਸਿੱਖਾਂ ਵਿੱਚ ਸੱਜਣਾ ਦਾਨੀਆਂ ਦੀ।
ਦੁਬਈ ਦੇ ਕਾਰੋਬਾਰੀ ਐਸਪੀਓ ਬਰਾਏ ਨੇ ਤੇ ਰਵੀ ਸਿੰਘ ਖਾਲਸਾ ਏਡ ਦੁਨੀਆ ਤੇ ਛਾਏ ਨੇ। ਕਿਸਾਨਾਂ ਦੂਰ ਰੱਖਿਆ ਆਪ ਕਾਂਗਰਸ ਤੇ ਅਕਾਲੀਆਂ ਨੂੰ, ਉਹ ਕਰ ਆਉਂਦੇ ਸੌਦਾ ਸਾਡਾ ਖਾ ਕੇ ਦਲਾਲੀਆਂ ਨੂੰ। ਮੋਦੀਆ ਭਾਵੇਂ ਤੇਰੇ ਕੋਲ ਫੋਰਸ ਸਰਕਾਰੀ ਏ, ਪਰ ਇਸ ਵਾਰ ਸਾਡੀ ਵੀ ਫੁੱਲ ਤਿਆਰੀ ਏ। ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਤੇ ਸਾਡੇ ਹੱਕਾਂ ਉੱਤੇ ਡਾਕਾ ਰੱਤਾ ਵੀ ਨਾ ਜਰਾਂਗੇ। ਉਹ ਇਸ ਵਾਰ ਤੇਰਾ ਤੋੜ ਦਿਆਂਗੇ ਗਰੂਰ, ਤੇ ਬਹੁਤ ਜ਼ਿਆਦਾ ਸਾਨੂੰ ਨਾ ਹੋਰ ਕਰ ਮਜਬੂਰ। ਲੜਾਈ ਏ ਬਣੀ ਬੇਈਮਾਨ ਤੇ ਅਮਾਨ ਦੀ, ਔਰ ਰਾਜਨੀਤਿਕ ਨਹੀਂ ਇਹ ਲੜਾਈ ਹੈ ਕਿਸਾਨ ਦੀ। ਲੜਾਈ ਏ ਬਣੀ ਬੇਈਮਾਨ ਤੇ ਅਮਾਨ ਦੀ, ਰਾਜਨੀਤਿਕ ਨਹੀਂ ਲੜਾਈ ਹੈ ਕਿਸਾਨ ਦੀ। ਗੱਲ ਲਿਖਣ ਅਤੇ ਕਹਿਣ ਦਾ ਤਰੀਕਾ ਮੇਰਾ ਦੇਸੀ ਜੇ, ਤਾਈਏ ਤੇ ਪਿਆਰ ਨਾਲ ਮੈਨੂੰ ਲੋਕ ਕਹਿੰਦੇ ਪਰਦੇਸੀ ਜੇ। ਗੱਲ ਲਿਖਣ ਅਤੇ ਕਹਿਣ ਦਾ ਤਰੀਕਾ ਬਿਲਕੁਲ ਦੇਸੀ ਜੇ, ਤਾਈਏ ਤੇ ਸਾਰੇ ਮੈਨੂੰ ਪਿਆਰ ਨਾਲ ਕਹਿੰਦੇ ਪਰਦੇਸੀ ਜੇ। ਵਾਹ 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 ਵਾਹ, ਬਹੁਤ ਖੂਬ। ਇਹ ਪੂਰਾ ਜਿਵੇਂ ਕਹਿ ਲਿਓ ਵੀ ਪੂਰੀ ਪੰਛੀ ਝਾਤ ਸਾਰੇ ਅੰਦੋਲਨ ਤੇ, ਔਰ ਸਾਰੀ ਹਰ ਚੀਜ਼ ਨੂੰ ਕਵਰ ਕੀਤਾ। ਬਹੁਤ ਵਧੀਆ ਪਰਦੇਸੀ ਸਾਹਿਬ। ਤੇ ਹੁਣ ਮੈਂ ਬੇਨਤੀ ਕਰਾਂਗਾ ਰਣਜੀਤ ਸਿੰਘ ਗਿੱਲ ਫਰਿਦਨੋ ਵਾਲਿਆਂ ਨੂੰ ਕਿ ਉਹ ਆਪਣਾ ਰੰਗ ਬਿਖੇਰਨ ਲਈ ਅੱਗੇ ਆਉਣਗੇ। ਹਾਂਜੀ, ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਸਾਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ। ਤੇ ਅਮਰਜੀਤ ਬਾਈ ਚੌਬੀ ਸਾਹਿਬ ਦਾ ਬੜਾ ਵਧੀਆ ਉਪਰਾਲਾ ਜਿਹੜਾ ਇਹ ਅੱਜ ਪਹਿਲਾ ਕਵੀ ਦਰਬਾਰ ਹੋ ਰਿਹਾ। ਤੇ ਮੈਂ ਪਹਿਲਾਂ ਕੁਛ ਲਾਈਨਾਂ ਬੋਲਦਾ। ਇੱਕ ਵਾਰੀ ਭਗਤ ਸਿੰਘ ਦੀ ਤਸਵੀਰ ਥੱਲੇ ਲਿਖੀਆਂ ਪੜ੍ਹੀਆਂ ਸੀ, ਜਿਹੜੀਆਂ ਅੱਜ ਦੇ ਸਮੇਂ ਦੇ ਕਾਫੀ ਢੁਕਦੀਆਂ ਨੇ। ਕਹਿੰਦਾ ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ, ਉੱਠ ਬਦਲੀ ਨਹੀਂ ਕਿਸਾਨ ਦੀ ਤਕਦੀਰ ਹਾਲੇ ਵੀ, ਨਜ਼ਰ ਸਖਣੀ ਹੈ ਗਲਮਾ ਲੀਰੋ ਲੀਰ ਹਾਲੇ ਵੀ। ਆਵਾਜ਼ ਨਹੀਂ ਆ ਰਹੀ ਹੈ। ਹੈਲੋ ਪਰਦੇਸੀ ਸਾਹਿਬ, ਤੁਹਾਡੇ ਵੱਲ ਨਹੀਂ ਆ ਰਹੀ, ਉਦਾਂ ਆਵਾਜ਼ ਆ ਰਹੀ ਹੈ ਉਧਰਲੇ ਪਾਸੇ। ਤੁਹਾਡਾ ਇੰਟਰਨੈਟ ਥੋੜਾ ਸਲੋ ਆ। ਹਾਂਜੀ ਠੀਕ ਹੈ ਰਣਜੀਤ ਵੀਰ, ਆ ਰਹੀ ਹੈ ਆਵਾਜ਼। ਚਲੋ ਭਾਜੀ। ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ, ਨਜ਼ਰ ਸਖਣੀ ਹੈ ਗਲਮਾ ਲੀਰੋ ਲੀਰ ਹਾਲੇ ਵੀ। ਆਵਾਜ਼ਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰਾਂ ਵਿੱਚ ਛਣਕਦੀ ਗੁਲਾਮੀ ਦੀ ਜੰਜੀਰ ਹਾਲੇ ਵੀ, ਗੁਲਾਮੀ ਦੀ ਜੰਜੀਰ ਹਾਲੇ ਵੀ। ਜੋ ਸੰਘਰਸ਼ ਚੱਲ ਰਿਹਾ ਇਹਦੇ ਮੁਤਲਕ ਹੀ ਮੈਂ ਕੁਛ ਲਾਈਨਾਂ ਲਿਖੀਆਂ ਨੇ। ਕਹਿੰਦਾ ਘੋੜਾ ਬੋਤਾ ਜੱਟ ਸਾਨ, ਨਹੀਂਓ ਭੁੱਲਦੇ ਪਛਾਣ, ਜਿਹੜੀ ਸੀਨੇ ਲੈਂਦੇ ਠਾਣ ਉਮਰਾਂ ਨਹੀਂ ਭੁੱਲਦੇ। ਤੇਰੇ ਦੇਖੀ ਹੁਣ ਦਿੱਲੀਏ ਤੱਪੜ ਰੁਲਦੇ, ਤੇਰੇ ਦੇਖੀ ਹੁਣ ਦਿੱਲੀਏ ਤੱਪੜ ਰੁਲਦੇ। ਮੈਨੂੰ ਲੱਗਦਾ ਚਫੇਰੇ ਤੇਰੇ ਆ ਗਿਆ, ਸੁਣ ਦਿੱਲੀਏ ਕਿਸਾਨ ਰਾਜ ਆਊਗਾ। ਮੈਨੂੰ ਲੱਗਦਾ ਚਫੇਰੇ ਤੇਰੇ ਆ ਗਿਆ, ਸੁਣ ਦਿੱਲੀਏ ਕਿਸਾਨ ਰਾਜ ਆਊਗਾ। ਅੱਤ ਇੰਨੀ ਵੀ ਨਹੀਂ ਚੰਗੀ ਹੁੰਦੀ ਸਤਾ ਦੀ, ਤੇਰਾ ਢੀਠ ਬੁਣਾ ਤੈਨੂੰ ਮਰਵਾਊਗਾ। ਅੱਤ ਇੰਨੀ ਵੀ ਨਹੀਂ ਚੰਗੀ ਹੁੰਦੀ ਸਤਾ ਦੀ, ਨੀ ਤੇਰਾ ਢੀਠ ਪੁਣਾ ਤੈਨੂੰ ਮਰਵਾਊਗਾ। ਲਈਆਂ ਮੱਲ ਸਰਹੱਦਾਂ ਨੇ ਅੰਨਦਾਤਿਆਂ, ਤੇਰੀਆਂ ਲਈਆਂ ਮੱਲ ਸਰਹੱਦਾਂ ਅੰਨਦਾਤਿਆਂ। ਹਰ ਕੋਈ ਬੱਚਾ ਬੁੱਢਾ ਯੋਗਦਾਨ ਪਾਊਗਾ। ਘੇਰਾ ਵੇਖ ਸਰਹੱਦਾਂ ਦਾ ਦੁਆਲਿਓਂ, ਘੇਰਾ ਵੇਖ ਸਰਹੱਦਾਂ ਦਾ ਦੁਆਲਿਓਂ। ਤੈਨੂੰ ਮੁਗਲਾਂ ਦਾ ਵੇਲਾ ਚੇਤੇ ਆਊਗਾ। ਕਿੰਨੇ ਪਾ ਗਏ ਨੇ ਸ਼ਹੀਦੀ ਤੇਰੇ ਦਰ ਤੇ, ਨੀ ਕਿੰਨੇ ਪਾ ਗਏ ਨੇ ਸ਼ਹੀਦੀ ਤੇਰੇ ਦਰ ਤੇ। ਇਤਿਹਾਸ ਸਦਾ ਤੈਨੂੰ ਲਾਹਣਤਾ ਨਹੀਂ ਪਾਊਗਾ। ਇਹਨਾਂ ਬਾਰਡਰਾਂ ਨੂੰ ਲੋਕਾਂ ਕਦੇ ਨਹੀਂ ਭੁੱਲਣਾ, ਇਹਨਾਂ ਬਾਰਡਰਾਂ ਨੂੰ ਲੋਕਾਂ ਕਦੇ ਨਹੀਂ ਭੁੱਲਣਾ। ਨੀ ਇਹ ਮੇਲਿਆਂ ਦੀ ਯਾਦ ਕਰਵਾਊਗਾ। ਤੇਰੇ ਕਰਮਾਂ 'ਚ ਲਿਖੇ ਯੁੱਧ ਦਿੱਲੀਏ, ਨੀ ਤੇਰੇ ਕਰਮਾਂ 'ਚ ਲਿਖੇ ਯੁੱਧ ਦਿੱਲੀਏ। ਤੈਨੂੰ ਆ ਬਿਨਾਂ ਹਥਿਆਰਾਂ ਦੇ ਹਰਾਊਗਾ। ਤੇਰੇ ਕਰਮਾਂ 'ਚ ਲਿਖੇ ਯੁੱਧ ਦਿੱਲੀਏ, ਤੈਨੂੰ ਆ ਬਿਨਾਂ ਹਥਿਆਰਾਂ ਦੇ ਹਰਾਊਗਾ। ਯਾਰੀ ਮਹਿੰਗੀ ਪੈ ਜੂ ਨਹੀਂ ਗੁਜਰਾਤ ਦੇ ਕਰਾੜਾਂ ਦੀ, ਤੈਨੂੰ ਯਾਰੀ ਮਹਿੰਗੀ ਪੈ ਜੂ ਗੁਜਰਾਤ ਦੇ ਕਰਾੜਾਂ ਦੀ। ਉਂਜੀ ਪਤੀਆਂ ਦਾ ਹੇਜ ਸੰਨ ਲਾਊਗਾ, ਉਂਜੀ ਪਤੀਆਂ ਦਾ ਸੇਜ ਹੰਨ ਲਾਊਗਾ। ਇਸ ਘੋਲ ਨੇ ਜਗਾਤਾ ਦੇਸ਼ ਸੁੱਤੇ ਨੂੰ, ਇਸ ਘੋਲ ਨੇ ਜਗਾਤਾ ਦੇਸ਼ ਸੁੱਤੇ ਨੂੰ। ਕੋਨੇ ਕੋਨੇ ਵਿੱਚ ਹੋਰ ਵੀ ਜਗਾਊਗਾ। ਹਲ ਵਾਹੁਣ ਵਾਲੇ ਵੈਬੀਨਾਰ ਕਰਦੇ, ਨਹੀਂ ਹਲ ਵਾਹੁਣ ਵਾਲੇ ਹੁਣ ਵੈਬੀਨਾਰ ਕਰਦੇ। ਹੁਣ ਇਹ ਚੈਨਲ ਵੀ ਆਪਣਾ ਚਲਾਊਗਾ। ਤੇਰੇ ਮੀਡੀਏ ਦੇ ਭੰਡੀ ਪ੍ਰਚਾਰ ਨੂੰ, ਤੇਰੇ ਮੀਡੀਏ ਦੇ ਭੰਡੀ ਪ੍ਰਚਾਰ ਨੂੰ ਟਰਾਲੀ ਵਾਲਾ ਸਬਕ ਸਿਖਾਊਗਾ। ਹੁਣ ਟਰਾਲੀ ਵਾਲਾ ਸਬਕ ਸਿਖਾਊਗਾ। ਕੀ ਬਾਤ ਹੈ ਜੀ, ਬਹੁਤ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਖੂਬ। ਇੱਕ ਦਿੱਲੀ ਦੇ ਹਾਕਮਾਂ ਨੂੰ, ਜਿਹੜੇ ਹੰਕਾਰੇ ਹੋਏ ਹਾਕਮਾਂ ਨੂੰ ਸ਼ੀਸ਼ਾ ਕਿੱਦਾਂ ਦਿਖਾਇਆ, ਗਿੱਲ ਸਾਹਿਬ ਨੇ ਕਮਾਲ ਕਰ ਦਿੱਤੀ। ਬਹੁਤ ਅੱਛੇ। ਤੇ ਮੈਨੂੰ ਇਹ ਕਵੀ ਦਰਬਾਰ ਤੇ ਕੱਲ ਯਾਦ ਆਈ। ਆਪਾਂ ਸਾਰਿਆਂ ਨੂੰ ਪਤਾ ਹੋਣਾ ਕਿ ਜਿਸਲੇ
ਵਰਲਡ ਵਾਰ ਹੋਈ ਤੇ ਫਰਾਂਸ ਜਿਹੜਾ ਘਿਰ ਗਿਆ ਔਰ ਪੈਰਿਸ ਨੂੰ ਪੈਰਿਸ ਦੇ ਫੌਜਾਂ ਨੇੜੇ ਆ ਗਈਆਂ ਤੇ ਫਰਾਂਸ ਦੇ ਵਿੱਚ ਜਿੰਨੇ ਕਵੀ ਦੁਨੀਆ 'ਚ ਹੋਏ ਆ 10 ਜਿਹੜੇ ਮਸ਼ਹੂਰ ਕਵੀ ਪਹਿਲੇ ਉਹ ਫਰਾਂਸ ਦੇ ਆ। ਤੇ ਇੱਕ ਕਵੀ ਪੈਰਿਸ 'ਚ ਰਹਿੰਦਾ ਸੀ, ਉਸ ਵੇਲੇ ਉਹਨੇ ਦੇਖਿਆ ਵੀ ਮੇਰਾ ਇੰਨਾ ਖੂਬਸੂਰਤ ਪਿਆਰਾ ਮੇਰਾ ਸ਼ਹਿਰ ਆ ਤੇ ਇਹ ਫੌਜਾਂ ਆ ਗਈਆਂ। ਉਹ ਆਪਣੇ ਉਸ ਫੌਜਾਂ ਦੇ ਜਰਨੈਲ ਕੋਲ ਗਿਆ ਔਰ ਉਹਨੂੰ ਉਹਨੇ ਕਵਿਤਾਵਾਂ ਆਪਣੀਆਂ ਰਚਨਾਵਾਂ ਸੁਣਾਈਆਂ ਕਿ ਪੈਰਿਸ ਜਿਹੜਾ ਸ਼ਹਿਰ ਆ ਉਹ ਬੜਾ ਪ੍ਰੇਮ ਦੇ ਲੋਕਾਂ ਦਾ ਸ਼ਹਿਰ ਆ, ਬੜਾ ਸਦਭਾਵਨਾ ਵਾਲਾ ਆ, ਬੜਾ ਇੱਕ ਉੱਥੇ ਰੰਗ ਆ, ਇਹ ਜੇ ਤੂੰ ਕਰੂੰਗਾ ਤੇ ਇੱਕ ਬੜਾ ਮਾਨਵਤਾ ਲਈ ਇਹ ਅੱਛੀ ਗੱਲ ਨਹੀਂ ਹੋਊਗੀ। ਔਰ ਉਹ ਸਾਰਾ ਦਿਨ ਉੱਥੇ ਰਿਹਾ ਔਰ ਉਹਨੇ ਆਪਣੀਆਂ ਕਵਿਤਾਵਾਂ ਨਾਲ ਆਪਣੀਆਂ ਨਾਲ ਇੰਨਾ ਮੋਟੀਵੇਟ ਕੀਤਾ ਕਿ ਉਹ ਜਰਨੈਲ ਉਹਨਾਂ ਫੌਜਾਂ ਤੋਂ ਉਹਨਾਂ ਨੇ ਉਹ ਯੁੱਧ ਜਿਹੜਾ ਪਿੱਛੇ ਲੈ ਲਿਆ ਔਰ ਉਹ ਪੈਰਿਸ ਬਚ ਗਿਆ। ਇਹ ਕਿੱਡੀ ਵੱਡੀ ਘਟਨਾ ਆ ਕਿ ਇੱਕ ਸ਼ਾਇਰ ਚੱਲ ਕੇ ਗਿਆ ਔਰ ਦੁਸ਼ਮਣ ਦੇ ਕੋਲ ਗਿਆ ਕਿ ਇਹ ਪੈਰਿਸ ਦੀਆਂ ਸਿਫਤਾਂ ਤਾਂ ਦੇਖ ਜਿਹਨੂੰ ਤੂੰ ਅੱਜ ਤਹਿਸ ਨਹਿਸ ਕਰਨ ਲਈ ਆਇਆ। ਤਾਂ ਕਿੰਨੇ ਉਹ ਇੱਕ ਸ਼ਾਸਕ ਜਿਹੜੇ ਆ ਕਿੰਨੇ ਨਰਮ ਦਿਲ ਹੋਣਗੇ, ਕਿੰਨੇ ਉਹਨਾਂ 'ਚ ਅਕਲ ਹੋਊਗੀ ਕਿ ਉਹਨਾਂ ਨੇ ਯੁੱਧ ਦਾ ਫੈਸਲਾ ਬਦਲ ਰਿਹਾ। ਔਰ ਸਾਡੇ ਜਿਹੜੇ ਹਾਕਮ ਨੇ ਉਹਨਾਂ ਨੂੰ ਕੋਈ ਤਰਸ ਨਹੀਂ ਕਿ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਬੱਚੇ ਕਿੰਨੀ ਠੰਡ ਦੇ ਵਿੱਚ, ਕੋਈ ਤਰਸ ਨਾਂ ਦੀ ਚੀਜ਼ ਨਹੀਂ ਹੈ। ਔਰ ਅਸੀਂ ਤਾਂ ਹੈਰਾਨ ਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸ਼ਾਸਕ ਨੇ ਸਾਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਪਾਂਡੀ ਰਾਜਾ, ਉਹਨੂੰ ਸਰ ਪੰਜਾਬ ਦੇ ਵਿੱਚ ਪਾਂਡੀ ਰਾਜਾ ਕਹਿੰਦੇ ਸੀ। ਉਹਦੀ ਕਹਾਣੀ ਆਪ ਨੂੰ ਪਤਾ ਹੋਣੀ ਹੈ ਕਿ ਇੱਕ ਵਾਰੀ ਅਕਾਲ ਪੈ ਗਿਆ ਤਾਂ ਉਹਨਾਂ ਨੇ ਦਾਣੇ ਦੇਣੇ ਸ਼ੁਰੂ ਕਰ ਦਿੱਤੇ ਤੇ ਉਹ ਜਿਸ ਥੈਲੇ 'ਚ ਪਾਉਂਦੇ ਸੀ ਉਹ ਸਾਰਿਆਂ ਨੂੰ ਵੰਡੀ ਜਾਂਦੇ ਸੀ। ਇੱਕ ਥੈਲਾ ਭਾਰਾ ਸੀ ਤੇ ਇੱਕ ਬਜ਼ੁਰਗ ਅਖੀਰ 'ਚ ਰਹਿ ਗਿਆ, ਉਹਦੇ ਕੋਲ ਚੁੱਕ ਨਾ ਹੋਵੇ ਤਾਂ ਸਾਰੇ ਚਲੇ ਗਏ। ਤਾਂ ਉਹ ਮਹਾਰਾਜਾ ਜੀ ਨੇ ਉਹ ਥੈਲਾ ਆਪਣੇ ਮੋਢੇ ਤੇ ਰੱਖਿਆ, ਉਹਦੇ ਨਾਲ ਚਲੇ ਗਏ। ਔਰ ਜਿਸ ਲਈ ਉਹਦੇ ਘਰ ਗਏ ਤਾਂ ਘਰ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਮਹਾਰਾਜਾ ਜੀ ਨੇ। ਸੋ ਉਸ ਵੇਲੇ ਇਹ ਗੱਲ ਪਈ ਪਾਂਡਿਆ ਮਹਾਰਾਜਾ ਪਾਂਡੀ ਪਾਤਸ਼ਾਹ। ਸੋ ਪਾਂਡੀ ਪਾਤਸ਼ਾਹ ਦੇ ਉੱਤੇ ਕਿੱਡੀ ਵੱਡੀ ਮਿਸਾਲ ਆ ਕਿ ਇੱਕ ਰਾਜਾ ਦੀ ਇੰਨੀ ਨਿਮਰਤਾ, ਇੰਨੀ ਹਲੀਮੀ, ਇੰਨਾ ਉਹਦੇ ਵਿੱਚ ਇੱਕ ਉਹਨਾਂ ਦੇ ਵਿੱਚ ਕਰੁਣਾ, ਇੰਨਾ ਪ੍ਰੇਮ ਸੀ ਜਨਤਾ ਲਈ। ਤਾਂ ਸਾਡੇ ਕਿਸ ਤਰ੍ਹਾਂ ਉਹ ਆਕੜੇ ਬੈਠੇ ਆ ਮਹਾਂ ਦੇ ਆਟੇ ਨੂੰ, ਕੋਈ ਸਮਝ ਨਹੀਂ ਲੱਗ ਰਹੀ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਸੱਜਣ ਇੰਦਰਜੀਤ ਸਿੰਘ ਜੀ ਗਰੇਵਾਲ ਜੀ ਆਪਣਾ ਰੰਗ ਪੇਸ਼ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ, ਵੀਰ ਅਮਰਜੀਤ ਸਿੰਘ ਤੇ ਉਬੀ ਭਾਜੀ, ਜਿਨ੍ਹਾਂ ਨੇ ਆਪਣਾ ਕਿਸਾਨ ਰੈਲੀ ਆ ਜੋ ਕਿਸਾਨ ਅੰਦੋਲਨ ਚੱਲ ਰਿਹਾ ਪੰਜਾਬ ਦੇ ਭਾਰਤ ਦੇ ਵਿੱਚ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਨੇ ਉਪਰਾਲਾ ਕੀਤਾ ਕਿ ਆਪਾਂ ਉਹ ਗੱਲਬਾਤ, ਉਹ ਵਿਸ਼ਾ ਚਰਚਾ ਕਵਿਤਾਵਾਂ ਰਾਹੀਂ ਜਾਂ ਗੱਲਾਂ ਬਾਤਾਂ ਵਿਚਾਰਾਂ ਰਾਹੀਂ ਉਹ ਗੱਲਬਾਤ ਕਰ ਸਕੀਏ ਤੇ ਅਸੀਂ ਬਾਹਰ ਬਹਿ ਕੇ ਪ੍ਰਦੇਸ਼ ਵਿੱਚ ਬਹਿ ਕੇ ਆਪਣੇ ਵੱਲੋਂ ਆਪਣੇ ਲਫ਼ਜ਼ਾਂ ਰਾਹੀਂ ਸਪੋਰਟ ਕਰ ਸਕੀਏ ਸਾਡੇ ਉਹਨਾਂ ਕਿਸਾਨ ਵੀਰਾਂ, ਭੈਣਾਂ, ਮਾਵਾਂ, ਬਜ਼ੁਰਗਾਂ, ਬੱਚਿਆਂ ਦੀ ਜੋ ਭਾਰਤੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਹਨ ਉਸ ਵਾਪਸ ਲੈ ਜਾਣ ਤੇ ਉਹਨਾਂ ਦੇ ਅਸੀਂ ਵੀ ਉਹੀ ਸਾਰੀ ਹਮਾਇਤ ਕਰ ਰਹੇ ਹਾਂ ਬਾਹਰ ਬੈਠੇ। ਸੋ ਮੈਂ ਕੁਛ ਕੁ ਥੋੜਾ ਦੇਰ ਪਹਿਲਾਂ ਹੀ ਕੁਛ ਲਾਈਨਾਂ ਲਿਖੀਆਂ ਸੀ ਕਿ ਜੋ ਅੱਜ ਦਾ ਸੰਘਰਸ਼ ਚੱਲ ਰਿਹਾ ਇਹਦੇ ਬਾਰੇ ਮੈਂ ਲਿਖਿਆ ਕਿ ਖੇਤਾਂ ਦਾ ਪੁੱਤ ਪਿਆ ਲੜਦਾ ਪੈਸੇ ਦੇ ਪੁੱਤਾਂ ਨਾਲ। ਖੇਤਾਂ ਦਾ ਪੁੱਤ ਪਿਆ ਲੜਦਾ ਪੈਸੇ ਦੇ ਪੁੱਤਾਂ ਨਾਲ, ਹਿੱਕ ਫੂਕ ਕੇ ਅੜਦਾ ਪੈਸੇ ਦੇ ਪੁੱਤਾਂ ਨਾਲ। ਕਿ ਪੈਸੇ ਦੇ ਪੁੱਤ ਸਦਾ ਹੀ ਧੱਕਾ ਅੱਜ ਤੱਕ ਕਰਦਾ ਆਇਆ, ਪੈਸੇ ਦਾ ਪੁੱਤ ਸਦਾ ਹੀ ਧੱਕਾ ਅੱਜ ਤੱਕ ਕਰਦਾ ਆਇਆ, ਪਰ ਖੇਤਾਂ ਦੇ ਪੁੱਤ ਨੇ ਆਪਣਾ ਕਿਰਤੀ ਕਰਮ ਕਮਾਇਆ। ਨਾ ਸੀ ਭੇਦ ਭਾਵ ਕਦੇ ਕਰਦਾ ਪੈਸੇ ਦੇ ਪੁੱਤਾਂ ਨਾਲ। ਅੱਜ ਖੇਤਾਂ ਦਾ ਪੁੱਤ ਪਿਆ ਲੜਦਾ ਪੈਸੇ ਦੇ ਪੁੱਤਾਂ ਨਾਲ। ਸੋ ਗੱਲ ਸੀ ਕਿ ਪੈਸੇ ਦਾ ਪੁੱਤ ਅੰਬਰਾਂ ਦੇ ਵਿੱਚ ਭਰਦਾ ਫਿਰੇ ਉਡਾਰੀ। ਪੈਸੇ ਦਾ ਪੁੱਤ ਰਾਜਨੀਤਿਕ ਲੀਡਰ ਵੀ ਹੋ ਸਕਦਾ ਤੇ ਸ਼ਾਹੂਕਾਰ ਲੁਟੇਰਾ ਵੀ ਹੋ, ਕਿ ਪੈਸੇ ਦਾ ਪੁੱਤ ਅੰਬਰਾਂ ਦੇ ਵਿੱਚ ਭਰਦਾ ਫਿਰੇ ਉਡਾਰੀ, ਖੇਤਾਂ ਦੇ ਪੁੱਤ ਪੱਲੇ ਪੈਂਦੀ ਕਰਜ਼ਾ ਤੇ ਬਿਮਾਰੀ, ਨਾਲ ਰਲਣ ਲਈ ਮਰਦਾ। ਜਿਹੜਾ ਖੇਤਾਂ ਦਾ ਪੁੱਤ ਆ ਉਹ ਵੀ ਅਮੀਰਾਂ ਦੇ ਨਾਲ ਰਲਣ ਲਈ ਮਰਦਾ ਪੈਸੇ ਦੇ ਪੁੱਤਾਂ ਨਾਲ।
ਖੇਤਾਂ ਦਾ ਪੁੱਤ ਲੜਦਾ ਪੈਸੇ ਦੇ ਪੁੱਤਾਂ ਨਾਲ। ਸੋ ਇਹ ਕੁਝ ਕੁ ਲਾਈਨਾਂ ਸੀਗੀਆਂ ਜਿਹੜੀਆਂ ਮੈਂ ਹੁਣੇ ਹੀ ਲਿਖੀਆਂ ਸੀ, ਜਿਹੜਾ ਇਹ ਘੋਲ ਹੋ ਰਿਹਾ। ਤੇ ਹੁਣ ਮੈਂ ਇੱਕ ਕਾਲਮ ਦੇ ਵਿੱਚ ਕੁਝ ਕੁ ਦਿਨ ਪਹਿਲਾਂ ਗੀਤ ਲਿਖਿਆ ਸੀਗਾ ਇਸ ਕਿਸਾਨ ਘੋਲ ਦੇ ਸੰਦਰਭ ਦੇ ਵਿੱਚ। ਉਹ ਇੱਕ ਦਿੱਲੀ ਨੂੰ ਸੁਨੇਹਾ ਸੀ ਜੋ ਆਪਣੀ ਹਮੇਸ਼ਾ ਹੀ ਹੈਂਕੜ ਬਾਜੀ ਰੱਖਦੀ ਆ, ਕਿਰਤੀਆਂ ਦੀ ਲੁੱਟ ਖੋਹ ਕਰਦੀ ਆ। ਸੋ ਬੇਨਤੀਆਂ ਵੀ ਅਸੀਂ ਨਾਲ ਦੀ ਨਾਲ ਕਰੀ ਜਾਂਦੇ ਹਾਂ ਆਪਣੇ ਵੱਲੋਂ, ਤੇ ਨਾਲ ਦੀ ਨਾਲ ਉਹਨਾਂ ਨੂੰ ਅਗਾਹ ਵੀ ਕਰਦੇ ਆ ਕਿ ਉਹ ਜ਼ੁਲਮ ਨੂੰ ਨਾ ਕਰਨ। ਸੋ ਗੀਤ ਦੇ ਕੁਝ ਬੋਲ ਥੋੜਾ ਤਰਨ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਦਾ। ਗਿੱਲ ਸਾਹਿਬ ਤੇ ਫਤਿਹਪੁਰੀ ਸਾਹਿਬ ਤੇ ਸਾਡੇ ਤੂਰ ਸਾਹਿਬ ਵੀਰ ਜੀ। ਇਰਸ਼ਾਦ। ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਜਿਹੜਾ ਅੱਖ ਵਿੱਚ ਰੜ ਕੇ ਦਿੱਲੀਏ, ਜਿਹੜਾ ਅੱਖ ਵਿੱਚ ਰੜ ਕੇ ਦਿੱਲੀਏ ਬਾਂਗਰ ਬਾਲ ਕੱਢ ਦਿੰਦੇ ਨੇ। ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਸਾਨੂੰ ਗੁਰੂ ਨਾਨਕ ਨੇ ਦੱਸਿਆ ਕਿਰਤ ਕਮਾਈ ਕਰਨੇ ਲਈ, ਸਾਨੂੰ ਗੁਰੂ ਨਾਨਕ ਨੇ ਦੱਸਿਆ ਕਿਰਤ ਕਮਾਈ ਕਰਨੇ ਲਈ। ਸਾਨੂੰ ਦੱਸਿਆ ਦਸਮ ਪਿਤਾ ਨੇ ਖੰਡਾ ਹੱਥ ਵਿੱਚ ਫੜਨ ਲਈ। ਸਾਨੂੰ ਗੁਰੂ ਨਾਨਕ ਨੇ ਦੱਸਿਆ ਕਿਰਤ ਕਮਾਈ ਕਰਨ ਲਈ। ਸਾਨੂੰ ਦੱਸਿਆ ਦਸਮ ਪਿਤਾ ਨੇ ਖੰਡਾ ਹੱਥ ਵਿੱਚ ਫੜਨ ਲਈ। ਤੂੰ ਭੁੱਲੀ ਨਾ ਸਿੰਘ ਹੱਕਾਂ ਲਈ, ਤੂੰ ਭੁੱਲੀ ਨਾ ਸਿੰਘ ਹੱਕਾਂ ਲਈ ਘਰ ਬਾਰ ਛੱਡ ਦਿੰਦੇ ਨੇ। ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਜਿਹੜਾ ਅੱਖ ਵਿੱਚ ਰੜ ਕੇ ਦਿੱਲੀਏ ਝਟ ਘਾਹ ਕੱਢ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਸਾਨੂੰ ਸਾਡੀਆਂ ਪੁੱਤਾਂ ਵਾਂਗ ਜ਼ਮੀਨਾਂ ਪਿਆਰੀਆਂ ਦਿੱਲੀਏ ਨੀ, ਸਾਨੂੰ ਸਾਡੀਆਂ ਪੁੱਤਾਂ ਵਾਂਗ ਜ਼ਮੀਨਾਂ ਪਿਆਰੀਆਂ ਦਿੱਲੀਏ ਨੀ। ਨਾਲ ਖੂਨ ਪਸੀਨੇ ਸਿੰਜੀਆਂ ਖੇਤ ਕਿਆਰੀਆਂ ਦਿੱਲੀਏ ਨੀ, ਨਾਲ ਖੂਨ ਪਸੀਨੇ ਸਿੰਜੀਆਂ ਖੇਤ ਕਿਆਰੀਆਂ ਦਿੱਲੀਏ ਨੀ। ਸਾਡੀ ਨੀਂਦਰ ਨੂੰ ਸਿਰਹਾਣੇ, ਸਾਡੀ ਨੀਂਦਰ ਨੂੰ ਸਿਰਹਾਣੇ ਫਸਲਾਂ ਦੇ ਵੱਢ ਦਿੰਦੇ ਨੇ। ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਅਸੀਂ ਕਿਰਤੀ ਹਾਂ ਕਿਸਾਨ ਨੀ ਨਾ ਕਦੇ ਕਰਦੇ ਧੱਕਾ ਹਾਂ, ਅਸੀਂ ਕਿਰਤੀ ਹਾਂ ਕਿਸਾਨ ਨੀ ਨਾ ਕਦੇ ਕਰਦੇ ਧੱਕਾ ਹਾਂ। ਆਪਣੇ ਹੱਕਾਂ ਦੇ ਲਈ ਲੜੀਏ ਨਾ ਕਦੇ ਜਰਦੇ ਧੱਕਾ ਹਾਂ। ਸਾਡੇ ਦਰੜ ਇਰਾਦੇ ਦੇਖ ਕੇ ਨੀ, ਸਾਡੇ ਦਰੜ ਇਰਾਦੇ ਦੇਖ ਕੇ ਅਟਕ ਰਾਹ ਛੱਡ ਦਿੰਦੇ ਨੇ। ਕੱਲੇ ਹਲ ਨਾ ਬਾਉਣ ਜਿਨ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਕੱਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਕਿਉਂ ਭੁੱਲ ਗਈ ਏ ਦਿੱਲੀਏ ਜੋ ਇਤਿਹਾਸ ਬਣਾਇਆ ਸਿੰਘਾਂ ਨੇ, ਕਿਉਂ ਭੁੱਲ ਗਈ ਏ ਦਿੱਲੀਏ ਇਤਿਹਾਸ ਬਣਾਇਆ ਸਿੰਘਾਂ ਨੇ। ਜਦ ਨਿਸ਼ਾਨ ਕੇਸਰੀ ਲਾਲ ਕਿਲੇ ਤੇ ਝੁਲਾਇਆ ਸਿੰਘਾਂ ਨੇ, ਕਿਉਂ ਭੁੱਲ ਗਈ ਏ ਦਿੱਲੀਏ ਇਤਿਹਾਸ ਬਣਾਇਆ ਸਿੰਘਾਂ ਨੇ। ਜਦ ਲਾਲ ਕਿਲੇ ਤੇ ਨਿਸ਼ਾਨ ਕੇਸਰੀ ਝੁਲਾਇਆ ਸਿੰਘਾਂ ਨੇ। ਉਹ ਅਣਖੀ ਪੁੱਤ ਪੰਜਾਬੀ ਫਰੀ ਕੇ ਕਸਰਾਂ ਕੱਢ ਦਿੰਦੇ ਨੇ। ਨਿਕਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ। ਜਿਹੜਾ ਅੱਖ ਵਿੱਚ ਰੜ ਕੇ ਦਿੱਲੀਏ ਬਾਂਦਰ ਬਾਲ ਕੱਢ ਦਿੰਦੇ ਨੇ। ਨਿਕਲੇ ਹਲ ਨਾ ਬਾਉਣ ਕਿਸਾਨ ਨੀ ਝੰਡੇ ਵੀ ਗੱਡ ਦਿੰਦੇ ਨੇ, ਨੀ ਝੰਡੇ ਵੀ ਗੱਡ ਦਿੰਦੇ ਨੇ।
ਸੋ ਦਿੱਲੀ ਨੇ ਦੇਖ ਲਏ ਅੱਜ ਥਾਂ ਥਾਂ ਤੇ ਸਿੰਘਾਂ ਦੇ ਕੇਸਰੀ ਨਿਸ਼ਾਨ ਗੱਡੇ ਹੋਏ। ਸੋ ਹਜੇ ਵੀ ਬੇਨਤੀ ਆ ਕਿ ਬੜੇ ਹੀ ਧਿਆਨ ਨਾਲ ਇਹ ਜੋ ਕਾਲੇ ਕਾਨੂੰਨ ਨੇ ਉਹ ਵਾਪਸ ਲਏ ਜਾਣ, ਕੋਈ ਇਹੋ ਜਿਹਾ ਮੌਕਾ ਨਾ ਦਿੱਤਾ ਜਾਵੇ ਕਿ ਸਿੰਘਾਂ ਨੂੰ ਕੋਈ ਸਖਤ ਐਕਸ਼ਨ ਲੈਣਾ ਪਵੇ। ਸੋ ਅਗਲੀਆਂ ਗੱਲਾਂ ਬਾਤਾਂ ਸੂਰ ਸਾਹਿਬ ਬਹੁਤ ਹੀ ਵਧੀਆ ਰੰਗ ਬੰਨਿਆ ਇੰਦਰਜੀਤ ਹੋਣਾ ਨੇ ਕਿ ਕਿਸਾਨਾਂ ਨੇ ਝੰਡੇ ਚੁੱਕੇ ਆ। ਉਹ ਕਿਸਾਨਾਂ ਨੇ ਜਿਹੜੇ ਝੰਡੇ ਚੁੱਕੇ ਆ ਉਹ ਹਰੀ ਕ੍ਰਾਂਤੀ ਦੇ ਵਿੱਚੋਂ ਯੋਧੇ ਬਣ ਕੇ ਨਿਕਲੇ ਆ। ਇੱਕ ਜਿੱਥੇ ਕਿ ਅਨਾਜ ਨਹੀਂ ਸੀ ਹੁੰਦਾ, ਫਿਰ ਅਨਾਜ ਦੇ ਭੰਡਾਰ ਭਰ ਦਿੱਤੇ ਔਰ ਹਰੀ ਕ੍ਰਾਂਤੀ ਦਾ ਜਿਹੜਾ ਸੀਗਾ ਮੁੱਲ ਪਾਇਆ ਲਾਲ ਬਹਾਦਰ ਸ਼ਾਸਤਰੀ ਨੇ, ਜਿਹਨੇ ਕਿਹਾ ਜੈ ਜਵਾਨ ਜੈ ਕਿਸਾਨ। ਉਹਨੂੰ ਸਲੂਟ ਕਰਦੇ ਹਾਂ ਅਸੀਂ ਉਸ ਪ੍ਰਧਾਨ ਮੰਤਰੀ ਨੂੰ। ਔਰ ਇਹ ਜਿਹੜਾ ਹਰਾ ਰੰਗ ਦਾ ਝੰਡਾ ਆ, ਇਹ ਅੱਜ ਇੰਦਰਜੀਤ ਹੋਣਾ ਨੇ ਪੱਗ ਵੀ ਹਰੇ ਰੰਗ ਦੀ ਬੰਨੀ ਹੈ, ਚੰਗਾ ਕੀਤਾ। ਸੋ ਇਹ ਯਾਦ ਹੈ ਉਸ ਹਰੇ ਰੰਗ ਦੀ, ਉਹ ਸਾਨੂੰ ਹਰੀ ਕ੍ਰਾਂਤੀ ਚੋਂ ਮਿਲਿਆ, ਮਿਹਨਤ ਨਾਲ ਮਿਲਿਆ। ਉਹ ਖੂਨ ਪਸੀਨੇ ਦੀ ਕਮਾਈ ਉਸ ਮਿੱਟੀ ਦੇ ਵਿੱਚ ਰੋਲੀ ਆ, ਉੱਥੋਂ ਮਿਲਿਆ। ਔਰ ਇਹ ਬੜਾ ਪਵਿੱਤਰ ਝੰਡਾ ਆ। ਇਹ ਆਪਾਂ ਬੇਨਤੀ ਕਰੀਏ ਇਹਨਾਂ ਨੂੰ ਕਿ ਇਹ ਅਪਵਿੱਤਰ ਜਿਹੜੇ ਲੀਡਰ ਆ, ਜਿਹੜੇ ਲੁਟੇਰੇ ਲੀਡਰ ਆ, ਉਹਨਾਂ ਦੇ ਹੱਥ 'ਚ ਨਾ ਆਉਣ ਦੇਣ, ਕਿਉਂਕਿ ਇਹ ਝੰਡਾ ਬੜਾ ਪਵਿੱਤਰ ਆ। ਮੈਨੂੰ ਇੱਕ ਗੱਲ ਯਾਦ ਆ ਰਹੀ ਆ ਕਿ ਆਪਾਂ ਸਾਰਿਆਂ ਨੇ ਪੜ੍ਹਿਆ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਭਾਸ਼ਾਵਾਂ ਦੇ ਮਾਹਰ ਸੀ, ਵਿਦਵਾਨ ਸੀ, ਲਿਖਦੇ ਸੀ। ਤੇ 14 ਉਹਨਾਂ ਨੇ ਲੜਾਈਆਂ ਲੜੀਆਂ ਔਰ ਸ਼ਾਮ ਨੂੰ ਜਿਸ ਵੇਲੇ ਸੂਰਜ ਤੋਂ ਬਾਅਦ ਲੜਾਈ ਬੰਦ ਹੋ ਜਾਂਦੀ ਸੀ ਤਾਂ ਉਹ ਬੈਠ ਕੇ ਕਵੀ ਦਰਬਾਰ ਲਾਉਂਦੇ ਸੀ। ਔਰ 52 ਕਵੀ ਸੀਗੇ ਉਹਨਾਂ ਦੇ ਸਮੇਂ ਕਾਲ ਦੇ ਵਿੱਚ। ਤੁਸੀਂ ਦੇਖੋ ਵੀ ਕਿੰਨਾ, ਜਿਵੇਂ ਸਾਰਾ ਦਿਨ ਇੱਕ ਯੁੱਧ 'ਚ ਰਹਿਣਾ, ਜ਼ਖਮੀਆਂ ਨੂੰ ਸੰਭਾਲਣਾ, ਔਰ ਸ਼ਾਮ ਨੂੰ ਕਵਿਤਾਵਾਂ ਜਿਹੜੀ ਸੀ ਇਹ ਬੁੱਧੀ ਤਲ ਤੋਂ ਹਿਰਦੇ ਤਲ ਤੱਕ ਲੈ ਆਉਂਦੀਆਂ। ਇਹਦੇ ਨਾਲ ਹੀ ਪ੍ਰੇਮ, ਇਹਦੇ ਨਾਲ ਜਿਹੜੀਆਂ ਅੰਦਰੂਨੀ ਸ਼ਕਤੀਆਂ ਔਰ ਅਧਿਆਤਮ ਦੀ ਜਿਹੜੀ ਅੰਦਰੋਂ ਤਾਕਤ ਮਿਲਣੀ ਔਰ ਉਹ ਸਕੂਨ ਮਿਲਣਾ, ਤੇ ਸਰ ਉਹ ਸਾਰੀ ਜਿਹੜੀ ਥਕਾਵਟ ਲੈ ਜਾਣੀ ਔਰ ਸਵੇਰੇ ਫਿਰ ਉਸ ਜੰਗਾਂ ਲਈ ਤਿਆਰ ਰਹਿਣਾ। ਸੋ ਇਹ ਕਿੰਨਾ ਸਾਡੇ ਦਸਮ ਪਿਤਾ, ਸਾਡਾ ਧਰਮ ਬੜਾ ਲੇਟੈਸਟ ਆ, ਕੁਝ ਸਾਲਾਂ ਦੀ ਗੱਲ ਆ ਕਿ ਉਹਨਾਂ ਨੇ ਇਹ ਬੜਾ ਇੱਕ ਕੌਤਕ ਸੀ ਕਿ ਕਵੀ ਦਰਬਾਰ ਹੋਣਾ, ਸਵੇਰੇ ਲੜਾਈ ਹੋਣੀ, ਸ਼ਾਮ ਨੂੰ ਕਵੀ ਦਰਬਾਰ ਹੋਣਾ, ਕਿੱਡੀ ਵੱਡੀ ਗੱਲ ਆ ਇਹ। ਸੋ ਇਹ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਔਰ ਅੱਜ ਅਸੀਂ ਉਹ ਜਿਹੜਾ ਹੁਨਰ ਆ ਉਹ ਫਾਨਿਆ, ਉਹਦਾ ਮੁਜ਼ਾਹਰਾ ਕਰ ਰਹੇ ਹਾਂ। ਔਰ ਜਿਹੜੀ ਗੱਲ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਕੀਤੀ, ਆਪਾਂ ਲਾਲ ਬਹਾਦਰ ਸ਼ਾਸਤਰੀ ਦੀ ਕੀਤੀ, ਹੁਣ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਗੱਲ ਕਰੀਏ। ਉਹ ਕਹਿੰਦੇ ਆ ਜੀ ਗੱਲਬਾਤ ਦੇ ਵਿੱਚ ਵਿਸ਼ਵਾਸ ਕਰੋ, ਗੱਲਬਾਤ ਤੇ ਯਕੀਨ ਕਰੋ। ਯਕੀਨ ਕਿੱਦਾਂ ਕਰੀਏ ਇਹਨਾਂ ਦੀਆਂ ਗੱਲਾਂ ਦਾ? ਆਪ ਹੀ ਇਹਨਾਂ ਨੇ ਆਪਣਾ ਜਿਹੜਾ ਹੈ ਮਿਆਰ ਗਿਰਾ ਲਿਆ ਕਿ ਪਹਿਲਾਂ ਵੋਟਾਂ ਲੈਣ ਵੇਲੇ 15 ਲੱਖ ਉਹ ਕਿੱਧਰ ਗਿਆ, ਔਰ ਇੰਨਾ ਝੂਠ ਬੋਲਿਆ ਕਿ ਮੈਂ ਪਿੱਛੇ ਜਿਹਾ ਸੁਣ ਰਿਹਾ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਆ, ਜਦ ਕਿ ਸਵਾਮੀਨਾਥਨ ਦੀ ਰਿਪੋਰਟ ਕਿਸੇ ਸਟੇਟ 'ਚ ਲਾਗੂ ਨਹੀਂ। ਔਰ ਹੈਰਾਨੀ ਦੀ ਗੱਲ ਦੇਖੋ ਕਿ ਜਦੋਂ ਕੁਝ ਰਿਪੋਰਟ ਲਾਗੂ ਹੁੰਦੀ ਹੈ ਪਹਿਲਾਂ ਨੋਟੀਫਿਕੇਸ਼ਨ ਹੁੰਦਾ, ਕੋਈ ਨੋਟੀਫਿਕੇਸ਼ਨ ਨਹੀਂ। ਔਰ ਕਿੰਨਾ ਝੂਠ ਬੋਲਦੇ ਆ। ਔਰ ਉਹਦੇ ਉੱਤੇ ਇੱਕ ਸ਼ੇਰ ਯਾਦ ਆਇਆ, ਕਹਿੰਦਾ ਝੂਠੋਂ ਨੇ ਝੂਠੋं से कहा, झूठों ने झूठों से कहा अरे सच बोलो, झूठों ने झूठों से कहा अरे सच बोलो, सरकारी ऐलान हुआ है सच बोलो, घर में झूठों की मंडी है, घर में झूठों की मंडी है, दरवाजे पर लिखा है सच बोलो सच बोलो। सो जो कहते ने यकीन कितना किया जाए जिन्ना ये झूठ बोल रहे ने। सो हुण जिहड़ा साडा पहला फेज सीगा ਉਹ ਮੁਕੰਮਲ ਹੋਇਆ। ਹੁਣ ਦੂਸਰਾ ਦੌਰ ਦੇ ਲਈ ਮੈਂ ਫਿਰ ਬੇਨਤੀ ਕਰਾਂਗਾ ਮਾਨਯੋਗ ਪਰਦੇਸੀ ਜੀ ਨੂੰ ਕਿ ਉਹ ਆਪਣਾ ਰੰਗ ਪੇਸ਼ ਕਰਨ। ਮਾਨਯੋਗ ਪਰਦੇਸੀ ਜੀ। ਲਓ ਜੀ ਵੀਰ ਜੀ, ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਹੀ ਇੱਕ ਹੁਣ ਤੁਹਾਨੂੰ ਸੁਣਾਉਣਾ ਵਾ। ਇਹ ਮੈਂ ਥੋੜਾ ਹੋ ਸਕਦਾ ਜੋਸ਼ ਦੇ ਵਿੱਚ ਆ ਜਾ ਤੇ ਸੁਣ ਲਿਓ, ਪ੍ਰਵਾਨ ਕਰ ਲਿਓ। ਝੰਡਾ ਚੁੱਕ ਪੰਜਾਬ ਤੁਰ ਪਿਆ ਹੋਏ, ਕਹਿੰਦਾ ਜਗਾਉਣੀ ਦਿੱਲੀ, ਹੁਣ ਤੱਕ ਬੜੇ ਜ਼ਖਮ ਤੂੰ ਦਿੱਤੇ ਤੇ ਬਹੁਤ ਉਡਾਈ ਖਿੱਲੀ, ਹੋ ਜੱਫੀ ਪਾ ਹਰਿਆਣਾ ਮਿਲਿਆ ਹੈ, ਸਾਹਮਣੇ ਆ ਗਈ ਯੂਪੀ। ਸਿਸਟਮ 'ਚ ਪ੍ਰੋਬਲਮ ਹੈ, ਫੋਨ ਤੋਂ ਕਰਦੇ ਕਰਕੇ ਸ਼ਾਇਦ ਨਾਲ ਦੀ ਨਾਲ ਫਿਰ ਉਹ ਫੇਸਬੁੱਕ ਤੋਂ
ਭਾਰਤ ਨਾਲੋਂ ਕੱਟਤਾ। ਦੁੰਬ ਹਲਾ ਕੇ ਸੀਐਮ ਬਣਿਆ ਹਰਿਆਣੇ ਵਾਲਾ ਖੱਟੜ। ਬੇਈਮਾਨੀ ਦਾ ਸ਼ਾਂਤਮਈ ਕਿਸਾਨਾਂ ਹੋਏ ਸਿਸਟਮ ਕਰਤਾ ਫਟੜ। ਬੋਰਡ ਉੱਤੇ ਸੀਗਾ ਲਿਖਿਆ ਹਰਿਆਣੇ ਵਿੱਚ ਸਵਾਗਤ। ਸਿੱਕੇ ਟੰਗ ਕੇ ਕਾਨੂੰਨ ਪੁਲਿਸ ਕਾਨੂੰਨ ਨਾਲ ਕਰੇ ਬਗਾਵਤ। ਗੰਦੇ ਪਾਣੀ ਦੀਆਂ ਕਿਸਾਨਾਂ ਉੱਤੇ ਤਿੱਖੀਆਂ ਛੱਡਣ ਵਿਛਾੜਾਂ। ਇੱਥੇ ਹੀ ਨਾ ਦਿਲ ਭਰਿਆ ਲਾਠੀਆਂ ਨਾਲ ਵੀ ਮਾਰੀਆਂ ਮਾਰਾਂ। ਜ਼ੁਲਮ ਦਾ ਸ਼ਿਕਾਰ ਹੋਏ ਤਾਂ ਵੀ ਰੱਬ ਦਾ ਸ਼ੁਕਰ ਮਨਾਇਆ। ਕੁੱਟਣ ਵਾਲਿਆਂ ਨੂੰ ਕੋਲ ਬਿਠਾ ਕੇ ਗੁਰੂ ਕਾ ਲੰਗਰ ਛਕਾਇਆ। ਜਵਾਨੀ ਦੇ ਵਿੱਚ ਜੋਸ਼ ਬੜਾ ਵਾਈਲੀ ਹੋਸ਼ ਚ ਬਾਬੇ। ਜ਼ਿੰਦਗੀ ਦਾ ਤਜਰਬਾ ਪੂਰਾ ਵੇਖਣ ਨੂੰ ਸਿੱਧੇ ਸਾਦੇ। ਸਰਕਾਰ ਦੇ ਵੱਲੋਂ ਥਾਂ ਥਾਂ ਤੇ ਕਈ ਵਾਰ ਹੋਈ ਸ਼ਰਾਰਤ। ਨਾ ਕਿਸਾਨਾਂ ਨੁਕਸਾਨ ਕੋ ਕੀਤਾ ਨਾ ਕੋਈ ਤੋੜੀ ਇਮਾਰਤ। ਪੰਜਾਬੀਏ ਤੇ ਹੈ ਸੋਸ਼ਲ ਮੀਡੀਏ ਪੂਰਾ ਫਰਜ਼ ਨਿਭਾਇਆ। ਗੋਦੀ ਮੀਡੀਏ ਲਾਂਤ ਵਾਲੇ ਖਾਨੇ ਚ ਨਾ ਲਿਖਵਾਇਆ। ਉਹ ਦਿੱਲੀ ਸਾਡੇ ਕਬਜ਼ੇ ਦੇ ਵਿੱਚ ਨਹੀਂ ਹੈਗੀ ਹੁਣ ਦੂਰ। ਇਹਦੇ ਹਲਕ ਚ ਖਾਨਾ ਦੇ ਦਿੱਤਾ ਹੁਣ ਦਿਆਂਗੇ ਕਰ ਮਜਬੂਰ। ਮੁੱਢ ਕਦੀਮ ਤੋਂ ਹਿਮਸ਼ਾ ਪੰਜਾਬ ਦਾ ਦਿੱਲੀ ਨਾ ਰਹਿੰਦਾ ਪੰਗਾ। ਉਹ ਦਿੱਲੀ ਜਦੋਂ ਜ਼ੁਲਮ ਹੈ ਕਰਦੀ ਪੰਜਾਬ ਸਿੰਘ ਨਾ ਸਹਿੰਦਾ। ਬਹੁਤ ਵਾਰੀ ਤੂੰ ਪਰਖਿਆ ਦਿੱਲੀਏ ਹੋਰ ਨਾ ਜ਼ਿਆਦਾ ਪਰਖ। ਅਸੀਂ ਡਿੱਗ ਕੇ ਵੀ ਫਿਰ ਉੱਠ ਜਾਣੇ ਤੈਨੂੰ ਬਹੁਤ ਪਊਗਾ ਫਰਕ। ਬੀਜੇਪੀ ਨੂੰ ਹੰਕਾਰ ਬੜਾ ਮੋਦੀ ਆਮਦ ਸ਼ਾਹ ਜੇ ਗੰਜੇ। ਕਿੰਨੀ ਵਾਰ ਕਿਹਾ ਦਿੱਲੀਏ ਨਾ ਅੱਜ ਕੱਲ ਲੈ ਪੰਜਾਬ ਨਾਲ ਪੰਗੇ। ਮੁੱਦਾ ਤੋਂ ਬਾਅਦ ਅੱਜ ਫਿਰ ਪੰਜਾਬ ਫੇਰ ਹੋਇਆ ਏ ਇਕੱਠਾ। ਸਮਾਜ ਵਿੱਚ ਜਦੋਂ ਏਕਾ ਹੋ ਜੇ ਤੇ ਜ਼ੁਲਮ ਦਾ ਬੈਂਦਾ ਪੱਠਾ। ਅਜਮੇਰ ਪਰਦੇਸੀ ਰੱਬ ਦੇ ਅੱਗੇ ਇਹੋ ਕਰੇ ਅਰਦਾਸ ਤਾਂ ਕਿ ਕਿਸਾਨੀ ਸੰਘਰਸ਼ ਤੋਂ ਲੱਭੇ ਨਵੀਂ ਕਿਰਨ ਦੀ ਆਸ। ਤਾਂ ਕਿ ਕਿਸਾਨੀ ਸੰਘਰਸ਼ ਤੋਂ ਲੱਭੇ ਨਵੀਂ ਕਿਰਨ ਦੀ ਆਸ। ਜੀਓ ਸੋ ਮੈਂ ਅਜੇ ਖੁੱਲ ਰਿਹਾ ਸੀ ਤੇ ਕੋਈ ਘਰ ਰਿਹਾ ਤੇ ਘਰ ਦੇ ਵਿੱਚ ਨੇ ਤੇ ਮੇਰਾ ਹਿਸਾਬ ਹੁੰਦਾ ਵੀ ਮੈਂ ਪੂਰਾ ਖੁੱਲ ਕੇ ਬੋਲਦਾ ਹੁੰਦਾ ਬਹੁਤ ਜੋਸ਼ ਦੇ ਨਾਲ। ਤੇ ਉਹ ਵਿੱਚ ਮੈਨੂੰ ਬ੍ਰੇਕਾਂ ਲਾਉਣੀਆਂ ਪੈਂਦੀਆਂ। ਪੂਰਾ ਫਾਟਕ ਖੁੱਲ ਨਹੀਂ ਰਿਹਾ ਮੇਰਾ ਨਾ। ਸੋ ਕਿਉਂਕਿ ਘਰ ਬੈਠੇ ਸੀ ਇਹਦੇ ਕਰਕੇ ਥੋੜਾ ਰੁਕ ਕੇ। ਹਾਂਜੀ ਘਰੇ ਨਹੀਂ ਖੋਲਦਾ ਫਿਰ ਬਾਹਰ ਕਿੱਦਾਂ ਖੁੱਲੂਗਾ। ਨਹੀਂ ਬਹੁਤ ਬੜਾ ਜੋਸ਼ ਨਹੀਂ ਸੱਚੀ ਵੈਸੇ ਮੈਂ ਬਹੁਤ ਖੁੱਲਦਾ ਹੁੰਦਾ ਵਾਂ ਅੱਜ। ਨਹੀਂ ਬਹੁਤ ਅੱਛਾ ਬਹੁਤ ਅੱਛਾ। ਇਹ ਜੋਸ਼ ਆ ਜਾਂਦਾ ਆ ਜਦੋਂ ਵਤਨ ਦੀ ਪੀੜ ਸਾਡੇ ਅੰਦਰ ਹੈਗੀ ਤੇ ਫਿਰ ਜੋਸ਼ ਵੀ ਆਉਂਦਾ। ਤੇ ਆਪਾਂ 6 ਸਾਲ ਤੋਂ ਇੱਕੋ ਗੱਲ ਸੁਣ ਰਹੇ ਹਾਂ ਪ੍ਰਧਾਨ ਮੰਤਰੀ ਦੇ ਮੁਖਾਰਬਿੰਦ ਤੋਂ, ਮੈਂ ਚੌਕੀਦਾਰ ਹਾਂ। ਉਹ ਜਾ ਕੇ ਹੁਣ ਸਮਝ ਆਈ ਵੀ ਮਾਲਕ ਤਾਂ ਅਸਲ ਦੇ ਵਿੱਚ ਕੋਈ ਹੋਰ ਹੀ ਨੇ। ਤੇ ਉਹ ਵਾਕਈ ਉਹਦੀ ਗੱਲ ਹੁਣ ਸਮਝ ਹੀ ਹੁਣ ਆਈ ਆ। ਉਹ 6 ਸਾਲ ਤੋਂ ਚੌਕੀਦਾਰ ਕਰਦਾ ਸੀ ਤਾਂ ਹੁਣ ਪਤਾ ਲੱਗਾ ਵੀ ਮਾਲਕ ਜਿਹੜੇ ਆ ਉਹ ਤਾਂ ਕੋਈ ਹੋਰ ਨੇ। ਤੇ ਕੋਈ ਕੰਮ ਦੇਖ ਲਓ ਵੀ ਜਿੰਨੇ ਕੀਤੇ ਆ ਉਹ ਸਾਰੇ ਨਿਗਾਰ ਵਾਲੇ ਆ। ਕਿਸੇ ਨਾ ਕੋਈ ਚੀਜ਼ਾਂ ਜਿਹੜੇ ਵੱਡੀਆਂ ਅਦਾਰੇ ਆ ਉਹ ਵੇਚਣ ਤੇ ਲਾਏ ਆ ਤੇ ਕੀਤਾ ਕੁਛ ਨਹੀਂ। ਤੇ 2 ਲਾਈਨਾਂ ਦੇ ਵਿੱਚ ਮੈਂ ਉਹ पेश करना चाहना। जिसने कुछ ना किया वो उछलता रहा, जिसने कुछ ना किया वो उछलता रहा, जिसके तलवे घिसे वो चुप रहा मगर। जिसने कुछ ना किया वो उछलता रहा, जिसके तलवे घिसे वो चुप रहा मगर। सच रहा उम्र भर किराए के मकान में, झूठ बंगले पे बंगला बदलता रहा। तो क्या बात है। ਹੁਣ ਮੈਂ ਬੇਨਤੀ ਕਰਾਂਗਾ ਗਿੱਲ ਸਾਹਿਬ ਨੂੰ ਫਰਿਦਨੋ ਵਾਲਿਆਂ ਨੂੰ ਕਿ ਉਹ ਆਪਣਾ ਰੰਗ ਪੇਸ਼ ਕਰਨ। ਹਾਂਜੀ ਬਹੁਤ ਵਧੀਆ ਪਰਦੇਸੀ ਸਾਹਿਬ ਨੇ ਤੇ ਭਾਈ ਇੰਦਰਜੀਤ 93 ਦੇ ਵਿੱਚ ਬਹੁਤ ਵਧੀਆ ਤੁਸੀਂ ਰੰਗ ਬੰਨਿਆ। ਤੇ ਮੈਂ ਅਗਲੀ ਨਾਜ਼ਮ ਆਪਦੀ ਸ਼ੁਰੂ ਕਰਨ ਤੋਂ ਪਹਿਲਾਂ
ਮੈਂ ਵੀ ਥੋੜਾ ਜਿਹਾ 93 ਦੇ ਵਿੱਚ 2 ਲਾਈਨਾਂ ਉਸੇ ਨਜ਼ਮ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀਆਂ ਕਰਦਾ ਵੀ ਦਿੱਲੀ ਕਾਨੂੰਨ ਤਾਂ ਬਣਾਉਂਦੀ ਹੈ, ਰਾਈਟ, ਤੇ ਪਰ ਸਾਹਮਣੇ ਨਹੀਂ ਆਉਂਦੀ। ਜੇ ਤੂੰ ਦਿੱਲੀ ਇਹ ਕਾਨੂੰਨ ਲਿਆਉਣਾ ਜਾਣਦੀ, ਜੇ ਤੂੰ ਦਿੱਲੀ ਇਹ ਕਾਨੂੰਨ ਲਿਆਉਣਾ ਜਾਣਦੀ, ਤਾਂ ਰੱਖ ਹੌਸਲਾ ਨਹੀਂ ਸਾਹਮਣੇ ਵੀ ਆਉਣ ਦਾ। ਤੂੰ ਨਹੀਂ ਸੁਣਦੀ ਏ ਤੇਰੇ ਵੱਲੀ ਤੁਰ ਪਏ, ਤੁਰ ਪਏ, ਤੂੰ ਨਹੀਂ ਸੁਣਦੀ, ਤੂੰ ਨਹੀਂ ਸੁਣਦੀ ਏ ਤੇਰੇ ਵੱਲੀ ਤੁਰ ਪਏ, ਚਾਰਾ ਇਹੋ ਰਹਿ ਗਿਆ ਤੈਨੂੰ ਸਮਝਾਉਣ ਦਾ। ਹਾਂਜੀ ਵਾਹ। ਹੁਣ ਮੈਂ ਨਜ਼ਮ ਆਪਣੀ ਜਿਹੜੀ ਇਸੇ ਲਾਈਨਾਂ ਤੇ ਹੈਗੇ ਦਿੱਲੀ ਦੇ ਨਾਮ, ਮੇਰੀ ਨਜ਼ਮ ਦਾ ਨਾਮ ਦਿੱਲੀ ਦੇ ਨਾਮ। ਦਿੱਲੀ ਦੀ ਗੱਲ ਚੱਲਦੀ ਆ ਤਾਂ ਮੈਂ ਕਿਹਾ ਦਿੱਲੀ ਦੇ ਨਾਮ। ਚੜੀ ਹੋਈ ਗੁੱਡੀ ਧੋਖਿਆਂ ਦੀ ਚੜੀ ਬਹੁਤਾ ਚਿਰ ਰਹਿੰਦੀ ਨਾਲ ਹੈ ਨਾ, ਚੜੀ ਹੋਈ ਗੁੱਡੀ ਧੋਖਿਆਂ ਦੀ ਚੜੀ ਬਹੁਤਾ ਚਿਰ ਰਹਿੰਦੀ ਨਾ, ਆਖਰ ਭੁੰਨੇ ਸੁੱਟ ਦਿੰਦੀ ਹੈ ਹਾਂ ਮਜ਼ਲੂਮਾਂ ਦੀ, ਆਖਰ ਭੁੰਨੇ ਸੁੱਟ ਦਿੰਦੀ ਹੈ ਹਾਂ ਮਜ਼ਲੂਮਾਂ ਦੀ। ਦਿੱਲੀ ਦੇ ਵਿੱਚ ਬੁੱਕਣਗੇ ਇੱਕ ਦਿਨ ਮਾਲਕ ਦਿੱਲੀ ਦੇ, ਦਿੱਲੀ ਦੇ ਵਿੱਚ ਬੁੱਕਣਗੇ ਇੱਕ ਦਿਨ ਮਾਲਕ ਦਿੱਲੀ ਦੇ, ਸੁਣੀ ਜਾਊਗੀ ਕਿਸੇ ਵੀ ਦਿਨ ਇਤਲਾਹ ਮਜ਼ਲੂਮਾਂ ਦੀ। ਧਰਮ ਦਾ ਨਸ਼ਾ ਪਿਆ ਕੇ ਤੂੰ ਸਾਡੇ ਕਤਲ ਕਰਾਉਂਦੀ ਰਹੀ, ਧਰਮ ਦਾ ਨਸ਼ਾ ਪਿਆ ਕੇ ਤੂੰ ਸਾਡੇ ਕਤਲ ਕਰਾਉਂਦੀ ਰਹੀ, ਮੁਹੱਬਤਾਂ ਦੇ ਨਾਲ ਵਾਸਦਿਆਂ ਤੋਂ ਦੰਗੇ ਕਰਵਾਉਂਦੀ ਰਹੀ, ਮੁਹੱਬਤਾਂ ਦੇ ਨਾਲ ਵਾਸਦਿਆਂ ਤੋਂ ਦੰਗੇ ਕਰਵਾਉਂਦੀ ਰਹੀ। ਮੰਦਰ ਕਿਤੇ ਉਸਾਰਨ ਲਈ ਮਸਜਿਦਾਂ ਢਾਉਂਦੀ ਰਹੀ, ਮੰਦਰ ਕਿਤੇ ਉਸਾਰਨ ਲਈ ਮਸਜਿਦਾਂ ਢਾਉਂਦੀ ਰਹੀ। ਕਿਰਪਾਨ ਕਿਸੇ ਨੂੰ ਨੇਜਾ ਤੇ ਤਰਸੂਲ ਫੜਾਉਂਦੀ ਰਹੀ, ਕਿਰਪਾਨ ਕਿਸੇ ਨੂੰ ਨੇਜਾ ਤੇ ਤਰਸੂਲ ਫੜਾਉਂਦੀ ਰਹੀ। ਢਾਹ ਕੇ ਤਖਤ ਅਕਾਲ ਸਾਡੇ ਤੂੰ ਭੰਗੜੇ ਪਾਉਂਦੀ ਰਹੀ, ਗੈਰਤ ਸਾਡੀ ਨਹੀਂ ਦਿੱਲੀਏ ਤੂੰ ਮੁੜ ਮੁੜ ਦਮਾਉਂਦੀ ਰਹੀ। ਜਿਹੜਾ ਸੀ ਖੁਦਕੁਸ਼ੀਆਂ ਦੇ ਤੂੰ ਰਾਹ ਪਾਇਆ ਉਹ ਅੰਨਦਾਤਾ ਜਾਗ ਪਿਆ, ਜਿਹੜਾ ਸੀ ਖੁਦਕੁਸ਼ੀਆਂ ਦੇ ਤੂੰ ਰਾਹ ਪਾਇਆ ਉਹ ਅੰਨਦਾਤਾ ਜਾਗ ਪਿਆ। ਤੇਰਾ ਭਾਜੀ ਦੇ ਨਾਲ ਮੋੜੂਗਾ ਸਦੀਆਂ ਦਾ ਲਾਗ ਪਿਆ, ਨਹੀਂ ਤੇਰਾ ਭਾਜੀ ਦੇ ਨਾਲ ਮੋੜੂਗਾ ਸਦੀਆਂ ਦਾ ਲਾਗ ਪਿਆ। ਖੁੱਲ ਗਏ ਮਦਰਸੇ ਨੇ ਮੁਹੱਬਤਾਂ ਦੇ ਦਿੱਲੀ ਦੇ ਮੋੜਾਂ ਤੇ, ਖੁੱਲ ਗਏ ਮਦਰਸੇ ਨੇ ਮੁਹੱਬਤਾਂ ਦੇ ਨਹੀਂ ਦਿੱਲੀ ਦੇ ਮੋੜਾਂ ਤੇ। ਹੁਣ ਭਾਈ ਰੱਖਦੇ ਪੱਟੀਆਂ ਨਹੀਂ ਭਾਈਆਂ ਦੇ ਜੋੜਾਂ ਤੇ, ਹੁਣ ਭਾਈ ਰੱਖਦੇ ਪੱਟੀਆਂ ਨਹੀਂ ਭਾਈਆਂ ਦੇ ਜੋੜਾਂ ਤੇ। ਸਰਮਾਏਦਾਰੀ ਦੀ ਗੋਦੀ ਨਹੀਂ ਤੂੰ ਭੱਜ ਕੇ ਚੜ ਗਈ ਸੀ, ਸਰਮਾਏਦਾਰੀ ਦੀ ਗੋਦੀ ਨਹੀਂ ਤੂੰ ਭੱਜ ਕੇ ਚੜ ਗਈ ਸੀ। ਖੜ ਗਏ ਆਣ ਪਤੰਦਰ ਤੇ ਲਾਰਿਆਂ ਤੇ ਅੜ ਗਈ ਸੀ, ਜਦ ਖੜ ਗਏ ਆਣ ਪਤੰਦਰ ਹੁਣ ਲਾਰਿਆਂ ਤੇ ਅੜ ਗਈ ਨਹੀਂ। ਅੰਨਦਾਤੇ ਦੀ ਭੁੱਖ ਦਾ ਹੌਂਕਾ ਨਹੀਂ ਦਿੱਲੀਏ ਲੈ ਕੇ ਬਹਿ ਜਾਊਗਾ, ਅੰਨਦਾਤੇ ਦੀ ਭੁੱਖ ਦਾ ਹੌਂਕਾ ਨਹੀਂ ਦਿੱਲੀਏ ਲੈ ਕੇ ਬਹਿ ਜਾਊਗਾ। ਕਿਸਾਨ ਅਤੇ ਮਜ਼ਦੂਰ ਦਾ ਏਕਾ ਮਹਿੰਗਾ ਪੈ ਜਾਊਗਾ, ਕਿਸਾਨ ਅਤੇ ਮਜ਼ਦੂਰ ਦਾ ਏਕਾ ਮਹਿੰਗਾ ਪੈ ਜਾਊਗਾ। ਛੱਡ ਦੇ ਅੜੀਆਂ ਹਲੇ ਵੀ ਮਨ ਜਾ ਵਾਸਦੀ ਰਹਿ ਜਾਏਗੀ, ਛੱਡ ਦੇ ਅੜੀਆਂ ਹਲੇ ਵੀ ਮਨ ਜਾ ਵਾਸਦੀ ਰਹਿ ਜਾਏਗੀ। ਕਮਲੀ ਹੋ ਕੇ ਨਹੀਂ ਤੇ ਰਾਹ ਸਿਵਿਆਂ ਦੇ ਪੈ ਜਾਏਗੀ, ਕਮਲੀ ਹੋ ਕੇ ਨਹੀਂ ਤੇ ਰਾਹ ਸਿਵਿਆਂ ਦੇ ਪੈ ਜਾਏਗੀ। ਤੇ ਇਹਦੇ ਨਾਲ ਹੀ ਮੈਂ ਇੱਕ ਛੋਟੀ ਜਿਹੀ ਨਜ਼ਮ ਹੋਰ ਆ ਮੇਰੀ, ਤੇ ਮੈਨੂੰ ਇਰਸ਼ਾਦ 7 ਮਿੰਟ ਮੇਰੇ ਹੋਏ ਨਹੀਂ ਹਲੇ। ਇਰਸ਼ਾਦ ਹਾਂਜੀ, ਇਹ ਮੈਂ 10 ਪਾਤਸ਼ਾਹ ਨੂੰ ਜਿਹੜੀ ਉਹਨੇ ਕੌਮ ਸਾਜੀ, ਅੰਨਦਾਤਾ ਸਾਜਿਆ, ਜਿਹੜੀ ਉਹਨੇ ਇੱਕ ਸ਼ਕਤੀ ਭਰੀ, ਉਹਦੇ ਨਾਲ ਕੁਛ ਲਾਈਨਾਂ ਮੇਰੀਆਂ ਅੰਨਦਾਤੇ ਨਾਲ ਸੰਬੰਧਿਤ ਹੈ। ਤੇ ਬਾਜਾਂ ਵਾਲੇ ਨੂੰ ਮੇਰੀ ਅਰਜ਼ ਹੈ, ਸੁਣ ਬਾਜਾਂ ਵਾਲਿਆ ਅਰਜ਼ ਮੇਰੀ, ਮੇਰਾ ਸਜਦਾ ਤੇਰੀ ਕੌਮ ਤਾਈਂ, ਸੁਣ ਬਾਜਾਂ ਵਾਲਿਆ ਅਰਜ਼ ਮੇਰੀ, ਮੇਰਾ ਸਜਦਾ ਤੇਰੀ ਕੌਮ ਤਾਈਂ। ਇਹਨਾਂ ਨੂੰ ਨਾਲ ਪਹਾੜਾਂ ਦੇ ਕਿੰਜ ਖਹਿਣਾ ਤੁਰਤ ਸਿਖਾਲ ਗਿਆ, ਇਹਨਾਂ ਨੂੰ ਨਾਲ ਪਹਾੜਾਂ ਦੇ ਕਿੰਜ ਖਹਿਣਾ ਤੁਰਤ ਸਿਖਾਲ ਗਿਆ। ਅੰਮ੍ਰਿਤ ਦੀ ਬਾਣੀ ਪੜ ਪੜ ਕੇ ਵਿੱਚ ਘੋਲ ਕੇ ਪੌਹਲ ਖੰਡੇ ਦੀ ਪਾ ਬਾਟੇ ਵਿੱਚ ਪਿਆਲ ਗਿਆ, ਅੰਮ੍ਰਿਤ ਦੀ ਬਾਣੀ ਪੜ ਪੜ ਕੇ ਵਿੱਚ ਘੋਲ ਕੇ ਪੌਹਲ ਖੰਡੇ ਦੀ ਪਾ ਬਾਟੇ ਵਿੱਚ ਪਿਆਲ ਗਿਆ। ਇਹ ਹਿੱਕ ਵਿੱਚ ਲੈ ਕੇ ਤੁਰਦੇ ਨੇ ਇੱਕ ਧੁਖ ਦੀ ਧੂਣੀ ਅੱਖਾਂ ਦੀ, ਇਹ ਹਿੱਕ ਵਿੱਚ ਲੈ ਕੇ ਤੁਰਦੇ ਨੇ ਇੱਕ ਧੁਖ ਦੀ ਧੂਣੀ ਅਣਖਾਂ ਦੀ। ਜਿਹੜੀ ਹਰ ਇੱਕ ਦਿਲ ਵਿੱਚ ਬਾਲ ਗਿਆ ਤੂੰ, ਜਿਹੜੀ ਹਰ ਇੱਕ ਦਿਲ ਵਿੱਚ ਬਾਲ ਗਿਆ। ਚਾ ਚੜ੍ਹਦਾ ਵੇਖ ਮੁਸੀਬਤ ਨੂੰ, ਚਾ ਚੜ੍ਹਦਾ ਵੇਖ ਮੁਸੀਬਤ ਨੂੰ, ਕਹੀ ਨਿਡਰ ਕੌਮ ਸ਼ਿੰਗਾਰੀ ਹੈ। ਇਹਨਾਂ ਅੰਨਦਾਤੇ ਦੇ ਜਾਇਆਂ ਨੂੰ ਤੂੰ ਕਿਸ ਮਿੱਟੀ ਵਿੱਚ ਢਾਲ ਗਿਆ, ਇਹਨਾਂ ਅੰਨਦਾਤੇ ਦੇ ਜਾਇਆਂ ਨੂੰ ਤੂੰ ਕਿਸ ਮਿੱਟੀ ਵਿੱਚ ਢਾਲ ਗਿਆ। ਸਦਾ ਹਾਮੀ ਰਹਿਣ ਮਨੁੱਖਤਾ ਦੇ, ਇਹ ਸਦਾ ਹਾਮੀ ਰਹਿਣ ਮਨੁੱਖਤਾ ਦੇ, ਤੇ ਰਾਖੇ ਗਊ ਗਰੀਬਾਂ ਦੇ। ਧਰਤੀ ਦੀ ਹਿੱਕ ਤੋਂ ਕੱਢ ਲੈਂਦੇ ਇਹ ਦੱਬੇ ਲਫ਼ਜ਼ ਨਸੀਬਾਂ ਦੇ, ਧਰਤੀ ਦੀ ਹਿੱਕ ਤੋਂ ਕੱਢ ਲੈਂਦੇ ਇਹ ਦੱਬੇ ਲਫ਼ਜ਼ ਨਸੀਬਾਂ ਦੇ। ਨਾ ਕਰਦੇ ਨੇ ਨਾ ਸਹਿੰਦੇ ਨੇ, ਨਾ ਕਰਦੇ ਨੇ ਨਾ ਸਹਿੰਦੇ ਨੇ। ਇਹ ਧੱਕਾ ਨਾਲ ਨਿਹੱਥਿਆਂ ਦੇ, ਇਹਨਾਂ ਸੂਰਬੀਰ ਮਨਮਤੀਆਂ ਦੇ। ਕੱਟ ਡਰ ਤੇ ਭੌਦੇ ਜਾਲ ਗਿਆ, ਮੇਰਾ ਸਜਦਾ ਤੇਰੀ ਕੌਮ ਤਾਈਂ। ਤੂੰ ਕਿਸ ਮਿੱਟੀ ਵਿੱਚ ਢਾਲ ਗਿਆ, ਤੂੰ ਕਿਸ ਮਿੱਟੀ ਵਿੱਚ ਢਾਲ ਗਿਆ। ਥੈਂਕ ਯੂ। ਬਹੁਤ ਅੱਛੇ ਗਿੱਲ ਸਾਹਿਬ ਨੇ ਮੰਦਰ ਔਰ ਮਸਜਿਦ ਦੀ ਗੱਲ ਕੀਤੀ ਹੈ, ਤਾਂ ਮੈਨੂੰ ਯਾਦ ਆ ਗਿਆ
ये मंदिर ये मस्जिद सब सियासी चाले हैं, ये मंदिर ये मस्जिद सब सियासी चाले हैं, जिस्म है बेड़ियों के, मुंह पर भेडों की खाने हैं। वाह वाह वाह। तो मैं बेनती करांगा जो साडे दर्शक देख रहे ने, बड़ी उन्हां दी मेहरबानी है, एक मेहरबानी होर कर देन कि शेयर करन वध तो वध। ये भी एक बड़ी वड्डी चीज़ है, क्योंकि ये जो कवि दरबार की खुशबू हुंदी है, ये दूर दूर तक आपां फैला सकते हैं। तो ये आपां खुशबू किस तरह फैला सकते हैं? शेयर करके। ते किसी शायर ने लिखा है, खुशबू तो चाहती है मगर मुमकिन नहीं हवाओं के बिना। सो आप सारे हवावां का रोल करिए, पूरी दुनिया 'च फैलाइए। तो आप वध तो वध कृपा करके शेयर करिए, बड़े धन्नवादी होवांगे। तो अखीर दे विच एक छोटा जिहा मैनूं शेर याद आया कि देखो, आपां अन्नदाता कहने आ, दाता किड्डा वड्डा लफ्ज़ आ, और अन्न जिहड़ा है किड्डी एक उहदी महत्ता है। और उहदे ते एक लाइन याद आई, आज वो खुद ही धूप में बैठा है, आज वो खुद ही धूप में बैठा है, हजारों बाग लगाने वाला। जिन्हें हजारों दरख्त लाते, बाग लाते, ते ਉਹ ਅੱਜ ਆਪ ਧੁੱਪ 'ਚ ਬੈਠਾ। ਉਹੀ ਹਾਲ ਆ ਕਿ ਜਿਹੜਾ ਅੰਨ ਪੂਰੀ ਦੁਨੀਆ ਨੂੰ ਖਵਾ ਰਿਹਾ, ਅੱਜ ਉਹ ਇੱਕ ਸੜਕਾਂ ਦੇ ਉੱਤੇ ਉਹਨੂੰ ਬਿਠਾ ਦਿੱਤਾ। ਇਹ ਸਾਡੇ ਹਾਕਮ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਇੰਦਰਜੀਤ ਹੋਣਾ ਨੂੰ ਕਿ ਉਹ ਆਪਣਾ ਕੁਛ ਰੰਗ ਸਾਡੇ ਸਾਹਮਣੇ ਪੇਸ਼ ਕਰਨ। ਇੰਦਰਜੀਤ ਜੀ। ਬਹੁਤ ਬਹੁਤ ਸ਼ੁਕਰੀਆ ਸੂਰ ਸਾਹਿਬ। ਤੇ ਫਿਰ ਇੱਕ ਵਾਰੀ ਸਾਰੇ ਹੀ ਜਿੰਨੇ ਸਾਡੀ ਇਸ ਫੇਸਬੁੱਕ ਚਰਚਾ ਲਾਈਵ ਫੇਸਬੁੱਕ ਪਰ ਦੇਖ ਰਹੇ ਨੇ, ਸਾਰੇ ਸਰੋਤੇ ਸੁਣੇ ਨੇ, ਦਰਸ਼ਕ ਸਰੋਤੇ ਜੁੜੇ ਨੇ ਤੇ ਦਰਸ਼ਕ ਜੁੜੇ ਨੇ, ਉਹਨਾਂ ਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਤੇ ਬੇਨਤੀ ਹੈ ਕਿ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਰਹੋ ਵੱਧ ਤੋਂ ਵੱਧ। ਤੇ ਜੋ ਅੱਜ ਦੇ ਹਾਲਾਤ, ਜਿਹੜੀ ਅੱਜ ਦੀ ਸਾਡੀ ਇਹ ਮਹਿਫਲ ਅਸੀਂ ਸ਼ਾਮ ਨੂੰ ਜੁੜੇ ਆ, ਕਵੀ ਦਰਬਾਰ ਤੁਹਾਨੂੰ ਸੁਣਾ ਰਹੇ ਆ। ਇਹ ਕਿਸਾਨ ਘੋਲ ਦੇ ਆਲੇ ਦੁਆਲੇ ਕੇਂਦਰਤ ਆ, ਪਰ ਤੁਹਾਨੂੰ ਪਤਾ ਕਿ ਇੱਥੇ ਤੱਕ ਪਹੁੰਚਣ ਲਈ ਜੋ ਅਸੀਂ ਪਿਛਲੇ 6-7 ਸਾਲ ਤੋਂ ਗੱਪਾਂ ਸੁਣ ਰਹੇ ਹਾਂ, ਜੁਮਲੇ ਸੁਣ ਰਹੇ ਹਾਂ, ਉਹਨਾਂ ਦਾ ਕਾਰਨ ਅਤੇ ਅਜੇ ਕੁਛ ਹੀ ਮਹੀਨੇ ਪਹਿਲਾਂ ਜੋ ਇਹਨਾਂ ਨੇ ਰੌਲਾ ਪਾਇਆ ਸੀਗਾ, ਜੋ ਕਾਨੂੰਨ ਬਣਾਇਆ, ਕਾਨੂੰਨ ਤੇ ਪਹਿਲੇ ਤੇ ਗਲਤ ਬਣ ਰਹੇ ਨੇ, ਜੋ ਸਿਟੀਜ਼ਨ ਦਾ ਬਣਾਇਆ, ਪਹਿਲੇ GST ਦਾ ਬਣਾਇਆ, ਫਿਰ ਉਹ ਜੋ ਨੋਟਬੰਦੀ ਕੀਤੀ, ਸਾਰਾ ਕੁਛ ਹੀ ਉਲਟ ਬੈਕ ਫਾਇਰ ਹੁੰਦਾ ਰਿਹਾ। ਪਤਾ ਨਹੀਂ ਕਿੱਥੋਂ ਕਿਹੜੇ ਵਿਦਵਾਨਾਂ ਤੋਂ ਲੈ ਕੇ ਆਉਂਦੇ ਨੇ ਸਲਾਹਾਂ, ਜਿਹੜੇ ਅਨਪੜ੍ਹ ਬੰਦੇ ਪੁੱਠੀਆਂ, ਜਿਵੇਂ ਕਹਿੰਦੇ ਚਾਹ ਵੇਚਣੇ ਵਾਲਾ ਦੇਸ਼ ਨੂੰ ਵੇਚਣ 'ਚ ਲੱਗਿਆ। ਸੋ ਉਹਦੇ ਸੰਦਰਭ 'ਚ ਇੱਕ ਸੀਗੇ ਕੁਛ ਗੀਤ ਲਿਖਿਆ ਪਿਛਲੇ ਸਮੇਂ ਦੇ ਵਿੱਚ, ਉਹ ਮੈਂ ਤੁਹਾਨੂੰ ਸੁਣਾ ਰਿਹਾ। ਤੇ ਉਸ ਤੋਂ ਬਾਅਦ ਮੈਂ ਜਦੋਂ ਇੱਕ ਕ੍ਰਮ ਵਿੱਚ ਫਿਰ ਸੁਣਾਵਾਂਗਾ ਕੁਛ। ਇਹ ਗੱਲ ਕੀ ਸੀ ਕਿ ਰੋਟੀ ਪਾਣੀ ਪਿੱਛੇ ਰਹਿ ਗਏ, ਨੌਕਰੀ ਅਤੇ ਪੜ੍ਹਾਈ, ਰੋਟੀ ਪਾਣੀ ਪਿੱਛੇ ਰਹਿ ਗਏ, ਨੌਕਰੀ ਅਤੇ ਪੜ੍ਹਾਈ, ਇਕੱਠੇ ਕਰ ਸਬੂਤ ਜਿੰਦੇ ਤੂੰ ਕਿਸ ਮੁਲਕ ਦੀ ਜਾਈ। ਇਹ ਕੈਸੀ ਸਬੂਤ ਲਿਆਓ ਤੁਸੀਂ ਇੰਡੀਆ ਦੀ ਜਨਤਾ ਨੂੰ ਕਿ ਰੋਟੀ ਪਾਣੀ ਪਿੱਛੇ ਰਹਿ ਗਏ, ਨੌਕਰੀ ਅਤੇ ਪੜ੍ਹਾਈ, ਇਕੱਠੇ ਕਰ ਸਬੂਤ ਜਿੰਦੇ ਤੂੰ ਕਿਸ ਮੁਲਕ ਦੀ ਜਾਏ। ਹੱਕ ਤੇਰੇ ਤਾਂ ਗੱਲ ਪਿੱਛੋਂ, ਹੱਕ ਤੇਰੇ ਤਾਂ ਗੱਲ ਪਿੱਛੋਂ, ਤੇਰੀ ਹੋਂਦ ਹੀ ਵਿੱਚ ਝਮੇਲੇ, ਜਨਤਾ ਮੌਤ ਮਰੇ ਚਿੜੀਆਂ ਤੇ ਮੂਰਖਾਂ ਦੇ ਲਈ ਹਾਸੇ ਖੇਲੇ। ਤੇ ਜਾਣ ਪੂਜੀਆਂ ਗਾਵਾਂ ਇੱਥੇ ਧੀਆਂ ਜਾਣ ਜਲਾਈ, ਜਾਣ ਪੂਜੀਆਂ ਗਾਵਾਂ ਇੱਥੇ ਧੀਆਂ ਜਾਣ ਜਲਾਈ, ਅੰਬਰੋਂ ਉੱਚੀਆਂ ਲਾਟਾਂ ਡੱਬੀ ਹੱਥ ਬਾਂਦਰਾਂ ਆਈ। ਪੜ੍ਹ ਲਿਖ ਖਾਂਦੇ ਡਾਂਗਾ, ਕੁਰਸੀ ਚੜ੍ਹ ਕੇ ਬਹਿ ਗਏ ਵਿਹਲੇ, ਜਨਤਾ ਮੌਤ ਮਰੇ ਚਿੜੀਆਂ ਤੇ ਮੂਰਖਾਂ ਦੇ ਲਈ ਹਾਸੇ ਖੇਲੇ। ਤੇ ਜ਼ਹਿਰਾਂ ਵੇਚਣ ਵਾਲੇ ਜਿੱਥੇ ਮਹਿਲਾਂ ਦੇ ਵਿੱਚ ਰਹਿੰਦੇ, ਜੋ ਨਸ਼ੇ ਵੇਚਦੇ ਆ, ਕਿ ਜ਼ਹਿਰਾਂ ਵੇਚਣ ਵਾਲੇ ਜਿੱਥੇ ਮਹਿਲਾਂ ਦੇ ਵਿੱਚ ਰਹਿੰਦੇ, ਪਰ ਅੰਨਦਾਤੇ ਆਏ ਦਿਨ ਨੇ ਫਾਹੇ ਜਿੱਥੇ ਲੈਂਦੇ। ਖੌਰੇ ਚੰਦਰਾ ਚਾੜ ਗਿਆ ਕੌਣ ਨਿੰਮ ਦੇ ਉੱਤੇ ਕਰੇਲੇ, ਜਨਤਾ ਮੌਤ ਮਰੇ ਚਿੜੀਆਂ ਮੂਰਖਾਂ ਦੇ ਲਈ ਹਾਸੇ ਖੇਲੇ। ਤੇ ਝੂਠੇ ਕਸਮਾਂ ਵਾਅਦੇ ਭੁੱਲ ਕੇ ਤੰਗ ਕਾਨੂੰਨ ਨੂੰ ਛਿੱਕੇ, ਤਾੜ ਘਰਾਂ ਦੇ ਅੰਦਰ ਲੋਕੀ ਹੁਕਮ ਸੁਣਾ ਕੇ ਤਿੱਖੇ ਤੋੜਤੀ। ਤੇ ਚਾਰ ਨਾਗਪੁਰ ਲੈ ਗਏ ਕਸ਼ਮੀਰ ਨੂੰ ਫੌਜੀ ਰੇਲੇ, ਜਨਤਾ ਮੌਤ ਮਰੇ ਚਿੜੀਆਂ ਮੂਰਖਾਂ ਦੇ ਲਈ ਹਾਸੇ ਖੇਲੇ। ਕਿ ਲੋਕੀ ਧਰਮਾਂ ਵਿੱਚ ਉਲਝਾ ਕੇ ਲੀਡਰ ਖਾਣ ਮਲਾਈਆਂ, ਲੋਕੀ ਧਰਮਾਂ ਵਿੱਚ ਉਲਝਾ ਕੇ ਲੀਡਰ ਖਾਣ ਮਲਾਈਆਂ, ਚੌਕੀਦਾਰਾਂ ਹੀ ਚੋਰਾਂ ਨਾਲ ਅੱਜ ਕੱਲ੍ਹ ਜੱਫੀਆਂ ਪਾਈਆਂ। ਅਰਬੀ ਖਰਬੀ ਬਾਬੇ ਖੇਲਣ ਨਾਲ ਚੇਲੀਆਂ ਚੇਲੇ, ਜਨਤਾ ਮੌਤ ਮਰੇ ਚਿੜੀਆਂ ਤੇ ਮੂਰਖਾਂ ਦੇ ਲਈ ਹਾਸੇ ਖੇਲੇ। ਇਹ ਹਿੰਦੂਆਂ ਦਾ ਇਹ ਹਿੰਦੁਸਤਾਨ ਇਹ ਝੂਠਾ ਰੌਲਾ ਪਾਇਆ, ਹਿੰਦੂਆਂ ਦਾ ਇਹ ਹਿੰਦੁਸਤਾਨ ਇਹ ਝੂਠਾ ਰੌਲਾ ਪਾਇਆ, ਪਰ
ਰਿਲਾਇੰਸ ਇੰਡੀਆ ਨਕਸ਼ੇ ਉੱਤੇ ਨਵਾਂ ਬਣਾਇਆ। ਐਂਟੀਲੀਆ ਦੇਖਣ ਚੱਲੀਏ ਕਾਕੇ ਇਕੱਠੇ ਪੈਸੇ ਧੇਲੇ, ਜਨਤਾ ਮੌਤ ਮਰੇ ਚਿੜੀਆਂ, ਮੂਰਖਾਂ ਦੇ ਲਈ ਹਾਸੇ ਖੇਲੇ, ਕਿ ਤਰੀਕੇ ਵਾਲਿਆ ਮਾਰਦਾ ਰਹਿਣਾ ਮੂਰਖਾ ਸਦਾ ਭਕਾਈ, ਤਰੀਕੇ ਵਾਲਿਆ ਮਾਰਦਾ ਰਹਿਣਾ ਮੂਰਖਾ ਸਦਾ ਭਕਾਈ, ਗੂੜੀ ਨੀਂਦੇ ਸੌਂਗੇ ਲੱਗਦੇ ਲੋਕੀ ਦੱਬ ਰਜਾਈ। ਇਹ ਕੁਛ ਮਹੀਨੇ ਪਹਿਲਾਂ ਸੀ ਪਰ ਹੁਣ ਉੱਠੇ ਆ ਲੋਕੀ। ਸੋ ਤਰੀਕੇ ਵਾਲਿਆ ਮਾਰਦਾ ਰਹਿਣਾ ਮੂਰਖਾ ਸਦਾ ਭਕਾਈ, ਗੂੜੀ ਨੀਂਦੇ ਸੌਂਗੇ ਲੱਗਦੇ ਲੋਕੀ ਦੱਬ ਰਜਾਈ, ਆਈ ਜੀ ਆਇਆ ਅੜਿੱਕੇ ਤੈਨੂੰ ਤੁੰਨ ਦੇਣਗੇ ਜੇਲੇ, ਜਨਤਾ ਮੌਤ ਮਰੇ ਚਿੜੀਆਂ ਤੇ ਮੂਰਖਾਂ ਦੇ ਲਈ ਹਾਸੇ ਖੇਲੇ, ਜਨਤਾ ਮੌਤ ਮਰੇ ਚਿੜੀਆਂ ਮੂਰਖਾਂ ਦੇ ਲਈ ਹਾਸੇ ਖੇਲੇ। ਤੇ ਕੁਛ ਮਹੀਨੇ ਪਹਿਲਾਂ ਹੀ ਜੋ ਇਹ ਸ਼ਾਈਨਿੰਗ ਇੰਡੀਆ ਕਹਿੰਦੇ ਆ ਉਹਦੇ ਬਾਰੇ ਸਾਰੀ ਦੁਨੀਆ ਨੇ ਦੇਖਿਆ ਕਿ ਸੜਕਾਂ ਤੇ ਰੁਲ ਰਿਹਾ ਏ ਹਾਏ ਵਿਕਾਸ ਇੰਡੀਆ ਦਾ, ਜਾਂ ਨੰਗੇ ਪੈਰੀ ਤੁਰਿਆ ਜਾਂਦਾ ਸੀ, ਸੜਕਾਂ ਤੇ ਰੁਲ ਰਿਹਾ ਏ ਹਾਏ ਵਿਕਾਸ ਇੰਡੀਆ ਦਾ, ਰਲ ਕੀਤਾ ਲੀਡਰਾਂ ਨੇ ਸਤਿਆਨਾਸ਼ ਇੰਡੀਆ ਦਾ। ਜਿਹੜੇ ਮਾਸ ਹੱਡੀਆਂ ਨਾਲ ਚੱਲਦੇ ਕਾਰਖਾਨੇ ਨੇ ਹੋ ਗਏ ਬਿਰਤਾ ਦੇ ਵੇਲੇ ਮਜ਼ਦੂਰ ਬਿਗਾਨੇ ਨੇ, ਭੁੱਖਾ ਮਰਦਾ ਆਮ ਬੰਦਾ ਲੁੱਟਦਾ ਖਾਸ ਇੰਡੀਆ ਦਾ, ਸੜਕਾਂ ਤੇ ਰੁਲ ਰਿਹਾ ਏ ਵਿਕਾਸ ਇੰਡੀਆ ਦਾ। ਜੋ ਸਾਧਨ ਸਰਕਾਰੀ ਸੀ ਵੇਚ ਦਿੱਤੇ ਅਮੀਰਾਂ ਨੂੰ, ਯਾਰਾਂ ਦੋਸਤਾਂ ਨੂੰ ਵੇਚ ਕੇ ਕਰਕੇ, ਰੇਲਵੇ ਸਟੇਸ਼ਨ, ਏਅਰਪੋਰਟ ਵਗੈਰਾ ਵਗੈਰਾ ਵੇਚਣ ਲੱਗੇ ਹੋਏ ਨੇ। ਖੇਤੀ ਜੋ ਸਾਧਨ ਸਰਕਾਰੀ ਸੀ ਵੇਚ ਦਿੱਤੇ ਅਮੀਰਾਂ ਨੂੰ, ਮਾਣੇ ਰਾਜ ਰੰਗ ਰੇਖਾ ਗਹਿਣੇ ਰੱਖ ਜ਼ਮੀਰਾਂ ਨੂੰ, ਖਾਲੀ ਪੇਟ ਨੂੰ ਮਿਲਦਾ ਏ ਬਸ ਪ੍ਰਭਾਸ ਇੰਡੀਆ ਦਾ, ਸੜਕਾਂ ਤੇ ਰੁਲ ਰਿਹਾ ਏ ਹਾਏ ਵਿਕਾਸ ਇੰਡੀਆ ਦਾ। ਘੰਟੇ ਖੜਕਾ ਰਹੇ ਨੇ ਥਾਲੀਆਂ ਖੜਕਾਉਂਦੇ ਨੇ, ਘੰਟੇ ਖੜਕਾ ਰਹੇ ਨੇ ਥਾਲੀਆਂ ਖੜਕਾਉਂਦੇ ਨੇ, ਭਗਤ ਸੁਣ ਸੁਣ ਕੇ ਜੁਮਲੇ ਉੱਚੀ ਨਾਅਰੇ ਲਾਉਂਦੇ ਨੇ, ਠੀਕ ਹੈ ਸੁਣ ਕੇ ਕੰਨ ਥੱਕ ਗਏ ਬਕਵਾਸ ਇੰਡੀਆ ਦਾ, ਇਹ ਸੜਕਾਂ ਤੇ ਰੁਲ ਰਿਹਾ ਏ ਹਾਏ ਵਿਕਾਸ ਇੰਡੀਆ ਦਾ, ਸੜਕਾਂ ਤੇ ਰੁਲ ਰਿਹਾ ਏ। ਤਾਂ ਅਖੀਰ ਵਿੱਚ ਜਾਂਦੇ ਜਾਂਦੇ ਹੋ ਸਕਦਾ ਆਪਣੀ ਇਹ ਮੇਰੀ ਆਖਰੀ ਵਾਰੀ ਹੋਵੇ ਅੱਜ ਦੇ ਮਹਿਫਲ ਦੀ, ਤੋਂ ਮੈਂ 93 ਦੇ ਵਿੱਚ ਦਿੱਲੀ ਨੂੰ ਸਵਾਲ ਇਰਸ਼ਾਦ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਉਹ ਤੈਨੂੰ ਨਸ਼ਾ ਨਹੀਂ ਹੈ ਚੜਦਾ, ਸਾਡੀ ਮੁੱਛ ਮੜਕਦਾ ਏ, ਤੈਨੂੰ ਨਸ਼ਾ ਨਹੀਂ ਹੈ ਚੜਦਾ ਤੇ ਸਾਡੀ ਮੁੱਛ ਮੜਕਦਾ ਏ, ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ, ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ। ਇਹ ਧਰਤੀ ਪੀਰਾਂ ਦੀ ਯੋਧੇ ਸੁਰਬੀਰਾਂ ਦੀ, ਇਹ ਧਰਤੀ ਪੀਰਾਂ ਦੀ ਯੋਧੇ ਸੁਰਬੀਰਾਂ ਦੀ, ਗੁਰੂਆਂ ਦੀ ਭਗਤੀ ਦੀ ਗੁਰੂਆਂ ਦੇ ਤੀਰਾਂ ਦੀ, ਇਹਦੇ ਅੰਬਰੀ ਅਣਖਾਂ ਦਾ ਸਦਾ ਬਾਜ ਫੜਕਦਾ ਏ, ਨੀ ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ, ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ। ਇੱਥੇ 5 ਦਰਿਆਵਾਂ ਦਾ ਜੋ ਅੰਮ੍ਰਿਤ ਪਾਣੀ ਸੀ, ਨੀ ਇੱਥੇ 5 ਦਰਿਆਵਾਂ ਦਾ ਜੋ ਅੰਮ੍ਰਿਤ ਪਾਣੀ ਸੀ, ਇਹਦੇ ਟੋਟੇ ਕਰ ਗਈ ਏ ਤੇਰੀ ਨੀਅਤ ਕਾਣੀ ਸੀ, ਜਿੰਨਾ ਕੱਟਿਆ ਵੱਢਿਆ ਏ ਨੀ ਜਿੰਨਾ ਕੱਟਿਆ ਵੱਢਿਆ ਏ, ਜਿੰਨਾ ਕੱਟਿਆ ਵੱਢਿਆ ਏ ਸਭ ਹੋਰ ਗੜਕਦਾ ਏ, ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ, ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ। ਸਾਡੀ ਧਰਤੀ ਲੁੱਟ ਲਈ ਸਾਡੇ ਲੁੱਟੇ ਪਾਣੀ ਤਾਂ, ਅੱਜ ਸਾਡੀਆਂ ਫਸਲਾਂ ਤੇ ਰੱਖ ਲਈ ਅੱਖ ਕਾਣੀ ਤਾਂ, ਸਾਡੀ ਧਰਤੀ ਲੁੱਟ ਲਈ ਸਾਡੇ ਲੁੱਟੇ ਪਾਣੀ ਤਾਂ,
ਅੱਜ ਸਾਡੀਆਂ ਫਸਲਾਂ ਤੇ ਰੱਖ ਲਈ ਅੱਖ ਕਾਣੀ ਤੇ ਬੱਦਲ ਲੋਟੂ ਵਪਾਰੀਆਂ ਦਾ, ਬੱਦਲ ਲੋਟੂ ਵਪਾਰੀਆਂ ਦਾ, ਬੱਦਲ ਲੋਟੂ ਵਪਾਰੀਆਂ ਦਾ, ਆਉਂਦਾ ਇੰਦਰਜੀਤ ਕੜਕਦਾ ਏ ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ। ਪਰ ਯਾਦ ਰੱਖੀ ਦਿੱਲੀਏ ਇਹਦੇ ਚੱਪੇ ਚੱਪੇ ਤੇ, ਚੱਪੇ ਚੱਪੇ ਤੇ ਨੀ ਇਹਦੇ ਚੱਪੇ ਚੱਪੇ ਤੇ ਸਿੰਘਾਂ ਰੱਤ ਡੋਲੀਏ ਜਦ ਕੀ ਮਰਜੀ ਵੜਿਆ ਖੇਡੀ ਖੂਨੀ ਹੋਲੀਏ ਇਹਦੇ ਚੱਪੇ ਚੱਪੇ ਤੇ ਸਿੰਘਾਂ ਰੱਤ ਡੋਲੀਏ ਜਦ ਕੀ ਮਰਜੀ ਵੜਿਆ ਖੇਡੀ ਖੂਨੀ ਹੋਲੀਏ ਜਦ ਤਰੀਕੇ ਜ਼ੁਲਮ ਵਧੇ, ਤਰੀਕੇ ਜ਼ੁਲਮ ਵਧੇ, ਜਦ ਤਰੀਕੇ ਜ਼ੁਲਮ ਵਧੇ ਤਾਂ ਖੜਗ ਖੜਕਦਾ ਏ ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ ਤੇਰੀ ਅੱਖ ਵਿੱਚ ਦਿੱਲੀਏ ਨੀ ਕਿਉਂ ਪੰਜਾਬ ਰੜਕਦਾ ਏ ਨੀ ਅੱਜ ਸਾਰਾ ਕਿਸਾਨ ਰੜਕਦਾ ਏ ਤੇਰੀ ਅੱਖ ਵਿੱਚ ਦਿੱਲੀਏ ਨੀ ਸਦਾ ਪੰਜਾਬ ਰੜਕਦਾ ਏ। ਜੈ ਜਵਾਨ ਜੈ ਕਿਸਾਨ, ਜੈ ਕਿਸਾਨ। ਵੀ ਕੋਟ ਇੰਡੀਅਨ ਫਾਰਮਰ। ਬਹੁਤ ਚੰਗਾ ਗਰੇਵਾਲ ਸਾਹਿਬ ਨੇ ਰੰਗ ਪੇਸ਼ ਕੀਤਾ ਕਿ ਵਾਕਈ ਇਹ ਦਿੱਲੀ ਨੂੰ ਪੰਜਾਬ ਦੀ ਤਰੱਕੀ ਪ੍ਰਵਾਸੀਆਂ ਨੇ ਜਿੰਨਾ ਪਿੰਡਾਂ 'ਚ ਕੰਮ ਕੀਤਾ, ਜੇ ਕਿਤੇ ਕੋਈ ਵੈਬਸਾਈਟ ਬਣੇ ਕਿਤਾਬ ਲਿਖੀ ਜਾ ਸਕਦੀ ਆ ਔਰ ਸਰਕਾਰ ਨਾਲ ਵੱਧ ਕੰਮ ਕੀਤਾ, ਲੇਕਿਨ ਪ੍ਰਵਾਸੀ ਕਹਿੰਦੇ ਨਹੀਂ ਅਸੀਂ ਉਜਲਾ ਨਹੀਂ ਕਰਨਾ, ਅਸੀਂ ਭਾਈ ਕਨਈਏ ਵਾਂਗੂ ਬੇਲਾਗ ਤੇ ਨਿਸ਼ਕਾਮ ਸੇਵਾ ਕਰਨੀ ਆ। ਕਈ ਪਿੰਡ ਇੱਕ ਉਹਨਾਂ ਤੇ ਫਿਲਮਾਂ ਬਣ ਗਈਆਂ, YouTube ਤੇ ਆ ਗਏ ਕਿ ਉਹ ਸ਼ਹਿਰਾਂ ਵਾਂਗੂ ਬਣਾਤੇ। ਸੋ ਇਹ ਪ੍ਰਵਾਸੀਆਂ ਨੂੰ ਚੰਗਾ ਨਹੀਂ ਸਮਝਦੇ, ਇਹ ਪੰਜਾਬ ਦੇ ਭਵਿੱਖ ਲਈ ਨਹੀਂ, ਇਹ ਜਾਗਣਾ ਪੈਣਾ। ਔਰ ਇਹ ਜੋ ਹੁਣ ਅਖੀਰ ਦੇ ਵਿੱਚ ਆਪਣੇ ਕੋਲ ਥੋੜਾ ਸਮਾਂ ਰਹਿ ਗਿਆ, 2-3 ਮਿੰਟ ਲਈ ਮੈਂ ਬੇਨਤੀ ਕਰੂੰਗਾ ਪ੍ਰਦੀਪ ਸਾਹਿਬ ਨੂੰ ਤੇ ਉਸ ਤੋਂ ਬਾਅਦ ਫਿਰ ਗਿੱਲ ਸਾਹਿਬ। ਹਾਂਜੀ ਵੀਰ ਜੀ, ਇੱਕ ਨਾ ਮੈਂ ਸ਼ੁਰੂ ਦੇ ਵਿੱਚ ਜਦੋਂ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ ਉਦੋਂ ਇੱਕ ਕਵਿਤਾ ਲਿਖੀ ਸੀ ਵੀ ਕਿਹੜੇ ਲੋਕਾਂ ਕੋ ਸਾਨੂੰ ਬਚਣ ਦੀ ਲੋੜ ਆ, ਤੇ ਮੈਂ ਬਹੁਤੀ ਗੱਲਾਂ ਦੇ ਅੱਗੇ ਨਾ ਜਾਵਾਂ ਤੇ ਮੈਂ ਸਿਰਫ ਸਿੱਧਾ ਕਵਿਤਾ ਵੱਲ ਹੀ ਸ਼ੁਰੂ ਹੁੰਨਾ ਵੀ ਉੱਠ ਕਿਸਾਨਾਂ ਬਹੁਤ ਗਿਆ ਏ ਲੁੱਟ ਕਿਸਾਨਾਂ ਬਾਦਲਾਂ ਦੀ ਕਰਦੇ ਛੁੱਟੀ ਕਾਂਗਰਸ ਵੀ ਜਾਵੇ ਲੁੱਟੀ ਬਹੁਤ ਬਣਾਇਆ ਇੰਨਾ ਪਾਗਲ ਇੱਕੋ ਜਿਹੇ ਨੇ ਕੈਪਟਨ ਬਾਦਲ ਨਾ ਕੋਈ ਬਾਦਲ ਜਿਹਾ ਮਕਾਰ ਵੇਖਣ ਨੂੰ ਭਾਵੇਂ ਸਰਦਾ ਇਹਨਾਂ ਤੋਂ ਹੁਣ ਛੁੱਟ ਕਿਸਾਨਾਂ ਬਹੁਤ ਗਿਆ ਏ ਲੁੱਟ ਕਿਸਾਨਾਂ। ਪੰਜਾਬ ਲਈ ਦਿੱਲੀ ਹਮੇਸ਼ਾ ਮਾੜੀ ਭਾਵੇਂ ਨਿੱਕਰ ਭਾਵੇਂ ਸਾੜੀ ਭਾਵੇਂ ਮੋਦੀ ਭਾਵੇਂ ਇੰਦਰਾ ਅਕਲ ਨੂੰ ਲਾ ਕੇ ਰੱਖਦੇ ਜਿੰਦਰਾ ਆਜ਼ਾਦੀ ਲਈ ਸੀ ਸਭ ਤੋਂ ਅੱਗੇ ਹੱਕਾਂ ਵੇਲੇ ਜਾਂਦੇ ਠੱਗੇ ਜਰਾਇਮ ਪਿਛਾ ਪੈ ਮਿਲਿਆ ਗਿਫਟ ਜਰਾਇਮ ਪਿਛਾ ਪਹਿਲਾਂ ਮਿਲਿਆ ਗਿਫਟ ਪਹਿਲਾਂ ਸਾਨੂੰ ਮਿਲਿਆ ਗਿਫਟ ਜਰਾਇਮ ਪਿਛਾ ਕਹਿ ਹੋਈ ਸਿਫਤ ਬੇਈਮਾਨੀ ਨਾਲ ਲੁੱਟਿਆ ਪਾਣੀ ਸਾਡੀ ਮਰਜ਼ੀ ਕਿਸੇ ਨਾ ਜਾਣੀ ਦੂਜਿਆਂ ਲਈ ਤੂੰ ਰਹਿੰਦਾ ਲੜਦਾ ਤੇਰੇ ਨਾਲ ਕੋਈ ਨਹੀਂ ਖੜਦਾ ਬੋਲੀ ਤੇਰੀ ਜਾਨ ਮਕਾਈ ਇਤਿਹਾਸ ਤੇਰੇ ਵਿੱਚ ਕਰਨ ਰਲਾਈ ਇੱਕ ਤੇਰੀ ਪਛਾਣ ਵੱਖਰੀ ਸ਼ੇਰ ਨੂੰ ਸਮਝ ਬੈਠੇ ਨੇ ਬੱਕਰੀ ਤਾਈਏ ਮਾਰੀ ਗਈ ਏ ਬੁੱਧ ਪੀਂਦੇ ਮੂੰਹ ਤੇ ਛੜਤਾ ਦੁੱਧ ਮੂੰਹ ਚੋਂ ਮੱਛੀਆਂ ਜਾਂਦੇ ਮਾਰੀ ਬਾਬੇ ਭਿੰਗੇ ਨੇ ਪ੍ਰਚਾਰੀ ਬਾਬੇ ਭਿੰਗੇ ਜਾਣ ਪ੍ਰਚਾਰੀ ਦਿੱਲੀ ਤਖਤ ਸੋਚ ਬਾਹਮਣੀ ਕਹਿੰਦੇ ਤੁਹਾਡੀ ਜ਼ਮੀਨ ਸਾਹਮਣੀ ਗਲਤ ਫਹਿਮੀ ਦੇ ਹੋ ਗਏ ਸ਼ਿਕਾਰ ਇਹਨਾਂ ਦੀ ਭਾਵੇਂ ਸਰਕਾਰ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਕੱਟ ਮਰੇ ਕਬੂ ਨਸ਼ਾੜੇ ਖੇਤ ਸ਼ੇਰ ਪੰਜਾਬੀ ਸੀਗੇ ਸੁੱਤੇ ਤਾਈਏ ਵੱਢਣ ਲੱਗ ਪਏ ਕੁੱਤੇ ਕੁੱਤਾ ਬਿਰਤੀ ਖਲ ਸ਼ੇਰ ਦੀ ਸਿਆਸਤ ਕਰਦੇ ਹੇਰ ਫੇਰ ਦੀ ਦਿੱਲੀ ਜਦੋਂ ਮਾਰਦੀ ਘੁਰਕੀ ਪੂਛ ਹਿਲਾਉਂਦੇ ਮਿਲ ਜੇ ਫੁਰਕੀ ਇਹੋ ਜਿਹੇ ਨੇ ਸਾਡੇ ਆਗੂ ਫਾਲਤੂ ਰੌਲਾ ਪਾਉਂਦੇ ਵਾਧੂ ਵਿਰੋਧ ਚ ਹਮੇਸ਼ਾ ਖੜਦੀ ਖਾਕੀ ਆਪਣੇ ਦੇਸ਼ ਦੀ ਆਪੇ ਰਾਖੀ ਚੌਕੀਦਾਰ ਬਣ ਗਿਆ ਚੋਰ ਮਚਾਉਂਦਾ ਜ਼ਿਆਦਾ ਸ਼ੋਰ ਉਹ ਜਿੰਨਾ ਚੁਣਿਆ ਪਾ ਕੇ ਵੋਟਾਂ ਉਹਨਾਂ ਦੇ ਅਧਿਕਾਰ ਤੇ ਚੋਟਾਂ ਬੇਈਮਾਨੀ ਤੇ ਦਿਲ ਚ ਖੋਟਾਂ ਡਾਨੀ ਬਾਨੀ ਨੂੰ ਖੁੱਲੀਆਂ ਛੋਟਾਂ
ਗੁਰੂਆਂ ਪੀਰਾਂ ਦੀ ਇਹ ਧਰਤੀ ਸਿਆਸਤਦਾਨਾਂ ਕਰਕੇ ਕਰਕੀ ਆਇਆ ਲੁੱਟਣ ਪਹਿਲੋਂ ਸੀ ਅਬਦਾਲੀ ਮੋਦੀ ਹੁਣਿਆ ਕਰੇ ਦਲਾਲੀ ਜ਼ਾਲਮ ਅੱਗੇ ਹੱਥ ਨ ਜਾਂਦੇ ਜੋੜੇ ਵਾਧੇ ਪੈਰ ਉਹਨਾਂ ਦੇ ਤੋੜੇ ਕਾਲੀ ਕਾਂਗੀ ਕਰਨ ਡਰਾਮਾ ਬਿਨਾਂ ਵਜ੍ਹਾ ਹੀ ਕਰਨ ਹੰਗਾਮਾ ਸੰਘਰਸ਼ ਨੂੰ ਕਿਤੇ ਨਾ ਦੇਣ ਖੋਰ ਕਿੱਲ ਕਿੱਲ ਕੇ ਕਰਦੇ ਸ਼ੋਰ ਤੇਰੇ ਕੋਲ ਹੁਣ ਇੱਕੋ ਹੀ ਹੱਲ ਏਕਤਾ ਵਿੱਚ ਹੈ ਹੁੰਦਾ ਬਲ ਸਿਆਸਤੀਆਂ ਦੇ ਨਾ ਪਿੱਛੇ ਚੱਲ ਸੰਘਰਸ਼ ਦਾ ਰੱਬਾ ਸੰਘਰਸ਼ ਦਾ ਲੰਮਾ ਰਸਤਾ ਮਲ ਇੱਥੇ ਕਵਿਤਾ ਕਰਾਂ ਸਮਾਪਤ ਪਰਦੇਸੀ ਨੂੰ ਹੁਣ ਦਿਓ ਇਜਾਜ਼ਤ ਇੱਥੇ ਕਵਿਤਾ ਕਰਾਂ ਸਮਾਪਤ ਪਰਦੇਸੀ ਨੂੰ ਹੁਣ ਦਿਓ। ਵਾਹ ਜੀ ਵਾਹ ਜੀ ਵਾਹ, ਬਹੁਤ ਅੱਛੇ ਬਹੁਤ ਅੱਛੇ। ਤੇ ਹੁਣ ਮੈਂ ਬੇਨਤੀ ਕਰਾਂਗਾ ਗਿੱਲ ਸਾਹਿਬ ਨੂੰ ਕਿ ਉਹ 2-3 ਮਿੰਟ ਸਾਡੇ ਕੋਲ ਹੈਗੇ ਨੇ, ਉਹ ਆਪਣਾ ਰੰਗ ਪੇਸ਼ ਕਰਨ। 1.5 ਮਿੰਟ ਹੀ ਲੈਣਾ ਜੀ। ਤੇ ਇਹ ਕਾਫੀ ਪੁਰਾਣੀ ਮੈਂ ਲਿਖੀ ਸੀਗੀ, ਅੱਜ ਕਾਫੀ ਢੁੱਕਦੀ ਆ। ਰੰਗ ਬੰਨਿਆ ਪਰਦੇਸੀ ਸਾਹਿਬ ਨੇ ਤੇ ਗਰੇਵਾਲ ਸਾਹਿਬ ਨੇ, ਤੇ ਬੜਾ ਚੰਗਾ ਲੱਗਿਆ ਤੂਰ ਸਾਹਿਬ ਤੁਹਾਡੀ। ਤੇ ਅੱਜ ਪਹਿਲਾ ਕਵੀ ਦਰਬਾਰ ਸੀ ਆਪਣਾ, ਤੇ ਉਮੀਦ ਆ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਖਾਸ ਵਿਸ਼ੇ ਲੈ ਕੇ ਆਪਾਂ ਅਗਲੀਆਂ ਪੈਤਾਂ ਵੀ ਪਾਵਾਂਗੇ। ਮੈਂ 1-4 ਲਾਈਨਾਂ ਲਿਖੀਆਂ ਸੀਗੀਆਂ ਵੀ ਅਸੀਂ ਜੋ ਕੁਛ ਕੀਤਾ, ਜੋ ਕੁਛ ਕਰਿਆ, ਤੇ ਉਹਦਾ ਸਿਲਾ ਕੀ ਮਿਲਿਆ। ਜਾਂ ਮੈਂ ਇੱਕ ਸਵਾਲ ਕੀਤਾ ਇਹ ਵੀ ਹੱਥੀਂ ਸਾਜਿਆਂ ਦੀ ਤਬਾਹੀ ਦਾ ਕੀ ਦੁੱਖ ਹੁੰਦਾ ਹੈ। ਜਿਹੜੇ ਅਸੀਂ ਸਿਰਜਦੇ ਹਾਂ ਜਦੋਂ ਢਾਏ ਜਾਂਦੇ ਆ, ਹੱਥੀਂ ਸਾਜਿਆਂ ਦੀ ਤਬਾਹੀ ਦਾ ਕੀ ਦੁੱਖ ਹੁੰਦਾ ਹੈ। ਉਹ ਦੋਸਤਾ ਜਲਿਆਂ ਵਾਲੇ ਦੇ ਚਮਨਕਾਰਾਂ ਨੂੰ ਪੁੱਛੀ ਕੀ ਹੈ ਮੁੱਲ ਪੈਂਦਾ ਪਰਦੇ ਫੋਲਿਆਂ ਦਾ, ਸੰਤ ਰਾਮ ਨਾਲ ਹੋਏ ਵਿਹਾਰਾਂ ਨੂੰ ਪੁੱਛੀ। ਮੇਰੀ ਮੁਰਾਦ ਸੰਤ ਰਾਮਦਾਸ ਜੀ ਤੋਂ। ਕੀ ਹੈ ਮੁੱਲ ਪੈਂਦਾ ਪਰਦੇ ਫੋਲਿਆਂ ਦਾ, ਉਹ ਸੰਤ ਰਾਮ ਨਾਲ ਹੋਏ ਵਿਹਾਰਾਂ ਨੂੰ ਪੁੱਛੀ। ਹੁੰਦਾ ਭਾਵ ਕੀ ਹੈ ਇਨਕਲਾਬ ਵਾਲਾ, ਹੁੰਦਾ ਭਾਵ ਕੀ ਹੈ ਇਨਕਲਾਬ ਵਾਲਾ। ਓਏ ਉਦਾਸੀ ਦੇ ਕਲਮੀ ਵਿਚਾਰਾਂ ਨੂੰ ਪੁੱਛੀ। ਖਾਤਰ ਵਤਨ ਲਈ ਛੱਡੀ ਦਾ ਘਰ-ਬਾਰ ਕਿਦਾਂ, ਖਾਤਰ ਵਤਨ ਲਈ ਛੱਡੀ ਦਾ ਘਰ-ਬਾਰ ਕਿਦਾਂ। ਉਹ ਭਗਤ ਸਿੰਘ ਦੇ ਸੋਹਣੇ ਸਰਦਾਰਾਂ ਨੂੰ ਪੁੱਛੀ। ਝੂਠੇ ਫਾਂਸੀ ਦੇ ਨੇ ਕੀ ਨਜ਼ਾਰਾ ਦਿੰਦੇ, ਝੂਠੇ ਫਾਂਸੀ ਦੇ ਨੇ ਕੀ ਨਜ਼ਾਰਾ ਦਿੰਦੇ। ਉਹ ਸ਼ਰਾਬੇ ਦੇ ਵੀਰ ਕਰਤਾਰਾਂ ਨੂੰ ਪੁੱਛੀ। ਬਾਬੇ ਗਦਰੀਆਂ ਵਤਨ ਲਈ ਕੀ ਕੀਤਾ ਹੈ, ਬਾਬੇ ਗਦਰੀਆਂ ਵਤਨ ਲਈ ਕੀ ਕੀਤਾ ਹੈ। ਓਏ ਗਦਰ ਦੀ ਗੂੰਜ ਅਖਬਾਰਾਂ ਨੂੰ ਪੁੱਛੀ। ਬਾਬੇ ਗਦਰੀਆਂ ਵਤਨ ਲਈ ਕੀ ਕੀਤਾ ਹੈ, ਉਹ ਗਦਰੀ ਦੀ ਗੂੰਜ ਅਖਬਾਰਾਂ ਨੂੰ ਪੁੱਛੀ। ਦੇਸ਼ ਭਗਤ ਨੇ ਲੱਗਦੇ ਕਿੰਨੇ ਭੈੜੇ, ਉਹ ਦੇਸ਼ ਭਗਤ ਨੇ ਲੱਗਦੇ ਕਿੰਨੇ ਭੈੜੇ। ਮੰਨੇ ਹੋਏ ਟੋਡੀ ਗਦਾਰਾਂ ਨੂੰ ਪੁੱਛੀ। ਸੁਖਦੇਵ ਰਾਜਗੁਰੂ ਤੇ ਭਗਤਾਂ ਦੀ ਬਲੀ ਦੇਖੀ, ਸੁਖਦੇਵ ਰਾਜਗੁਰੂ ਤੇ ਭਗਤਾਂ ਦੀ ਬਲੀ ਦੇ ਕੇ ਕਿੱਦਾਂ ਰਾਜ ਕਰੀਦਾ ਗਾਂਧੀ ਜਵਾਰਾਂ ਨੂੰ ਪੁੱਛੀ। ਆਖਰ ਹੋਣੀ ਕੀ ਸੋਹਣਿਆਂ ਨਾਲ ਸਾਡੇ, ਆਖਰ ਹੋਣੀ ਕੀ ਸੋਹਣਿਆਂ ਨਾਲ ਸਾਡੇ। ਉਹ ਕੰਢੇ ਸਤਲੁਜ ਦੇ ਬਣੀਆਂ ਯਾਦਗਾਰਾਂ ਨੂੰ ਪੁੱਛੀ, ਕੰਢੇ ਸਤਲੁਜ ਦੇ ਬਣੀਆਂ ਯਾਦਗਾਰਾਂ ਨੂੰ ਪੁੱਛੀ। ਬਹੁਤ ਅੱਛੇ ਬਹੁਤ ਅੱਛੇ। ਤੋ ਜੋ ਵੀ ਸੱਜਣ ਦੇਖ ਰਹੇ ਨੇ ਉਹਨਾਂ ਦਾ ਬੜਾ ਧੰਨਵਾਦ ਹੈ। ਅਸੀਂ ਹੋਰ ਬੜੇ ਉਹਨਾਂ ਦੇ ਧੰਨਵਾਦੀ ਹੋਵਾਂਗੇ ਜੇ ਉਹ ਸ਼ੇਅਰ ਕਰਨ, ਔਰ ਜਿੰਨਾ ਵੱਧ ਤੋਂ ਵੱਧ ਇਹ ਪੂਰੀ ਦੁਨੀਆ 'ਚ ਫੈਲੇ। ਇਹ ਸੁਨੇਹਾ, ਇਹ ਹਲੂਣਾ, ਇਹ ਝੰਜੋੜਨਾ, ਇਹ ਸਾਰਿਆਂ ਦਾ ਹਿੱਸਾ ਪਏਗਾ। ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਤੋ ਅਖੀਰ ਦੇ ਵਿੱਚ ਜੋ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਵਾਸੀਆਂ ਨੂੰ, ਨੌਜਵਾਨਾਂ ਨੂੰ, ਕਿ ਆਪਣੇ ਪਿੰਡਾਂ ਦੇ ਆਪਣੇ ਘਰਾਂ ਦੇ ਝੰਡੇ ਲਾਈਏ, ਇਸ ਕਿਸਾਨੀ ਦੇ ਝੰਡੇ, ਇਹ ਪਵਿੱਤਰ ਝੰਡੇ ਲਾਈਏ, ਤਾਂ ਕਿ ਕੱਲ ਨੂੰ ਕੋਈ ਹੋਰ ਉੱਥੇ ਗਲਤ ਸੋਚ ਵਾਲੇ, ਲੁਟੇਰੇ ਸੋਚ ਵਾਲੇ ਉੱਥੇ ਹੋਰ ਕੋਈ ਝੰਡਾ ਨਾ ਲਾਉਣ। ਔਰ ਹਰ ਇੱਕ ਨੂੰ ਦਿਸੇ ਕਿ ਬਦਲਾਵ ਦਾ ਝੰਡਾ ਹੈ, ਇੱਕ ਸੱਚ ਦਾ ਝੰਡਾ ਹੈ, ਇੱਕ ਪਵਿੱਤਰ ਝੰਡਾ ਹੈ, ਕਿਸੇ ਦੀ ਹਿੰਮਤ ਨਹੀਂ ਪਊਗੀ। ਔਰ ਇੱਕ ਇਹ ਜੋ ਨੌਜਵਾਨ ਜਿਵੇਂ ਉੱਠੇ ਨੇ, ਬੜੀਆਂ ਇਹਨਾਂ ਦੇ ਆਸਾਂ ਨੇ। ਔਰ ਅਸੀਂ ਨੌਜਵਾਨਾਂ ਨੂੰ, ਸਾਰੇ ਪ੍ਰਵਾਸੀ ਅਪੀਲ ਵੀ ਕਰਦੇ ਹਾਂ ਕਿ ਆਪਾਂ ਸਾਰੇ ਕਿਸਾਨ ਆ, ਕਿਸਾਨੀ ਨਾਲ ਸੰਬੰਧਿਤ ਆ। ਔਰ ਕਿੱਡੀ ਹੈਰਾਨੀ ਦੀ ਗੱਲ ਹੈ ਵੀ 4.5 ਸਾਲ ਆਪਾਂ ਕਿਸਾਨੀ ਦੀ ਆਇਡੈਂਟੀਟੀ ਬਣਾਉਂਦੇ ਆ, ਆਪਣੀ ਪਹਿਚਾਨ ਬਣਾਉਂਦੇ ਆ, ਆਪਣਾ ਇੱਕ ਰੁਤਬਾ ਬਣਾਉਂਦੇ ਆ। ਲੇਕਿਨ ਵੋਟਾਂ ਤੋਂ ਪਹਿਲਾਂ 6 ਮਹੀਨੇ ਸਾਡਾ ਕੀ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ। ਉਹਨਾਂ 6 ਮਹੀਨਿਆਂ 'ਚ ਇਹ ਸਿੱਖ ਕਿਸਾਨ ਆ, ਇਹ ਹਿੰਦੂ ਕਿਸਾਨ ਆ, ਇਹ ਮੁਸਲਮਾਨ ਕਿਸਾਨ ਆ, ਇਹ ਹਰਿਆਣੇ ਦਾ ਕਿਸਾਨ ਆ। ਇਹ ਜਿਹੜੀ ਧਰਮ ਦੀ ਨੀਤੀ ਆ, ਇਹ ਪ੍ਰਵਾਸੀਆਂ ਤੋਂ ਕੁਝ ਤੁਹਾਨੂੰ ਸਿੱਖਣਾ ਚਾਹੀਦਾ। ਜਿੰਨੇ ਵੀ ਪ੍ਰਵਾਸੀ ਹੈਗੇ, ਕਿਸੇ ਵੀ ਮੁਲਕ 'ਚ ਕੋਈ ਧਰਮ ਦਾ ਬਖੇੜਾ ਨਹੀਂ। ਇਹ ਸਾਡੇ ਮੁਲਕ ਦੇ ਵਿੱਚ ਧਰਮ ਦੇ ਬਖੇੜਿਆਂ ਦੇ ਵਿੱਚ ਉਲਝਾ ਕੇ, ਔਰ ਉਹ ਜਿਹੜੇ ਅਖੀਰਲੇ 6 ਮਹੀਨੇ ਹੁੰਦੇ ਆ, ਉਹਨਾਂ 'ਚ ਵੀ ਆਪਣੀ ਤੁਸੀਂ ਆਇਡੈਂਟੀਟੀ ਬਰਕਰਾਰ ਰੱਖਿਓ,
ਤੇ ਇਹ ਆਪਣਾ ਵਤਨ ਚੰਗੇ ਪਾਸੇ ਜਾਊਗਾ। ਜਿੱਦਾਂ ਤੁਸੀਂ ਉੱਠੇ ਆ, ਬਹੁਤ ਹੀ ਇੱਕ ਮਨ ਨੂੰ ਖੁਸ਼ੀ ਆ। ਔਰ ਇਹ ਜਿਹੜਾ ਇਹਨਾਂ ਦਾ ਜੋ ਇਹਨਾਂ ਦਾ ਹਾਕਮਾਂ ਦੀ ਇਹਨਾਂ ਦੇ ਜਿਹੜਾ ਰਾਜੇ ਦਾ ਜਿਹਨੂੰ ਆਪਾਂ ਕਹਿੰਦੇ ਆ ਮਨ ਬਿਲਕੁਲ ਪੱਥਰ ਹੋਇਆ ਪਿਆ। ਔਰ ਇਹਦੇ ਉੱਤੇ ਇੱਕ ਮੈਨੂੰ शेर याद आया कि वो अभी तक न पिघले जिन्हें हम मोम का पैकर समझते थे, वो अभी तक न पिघले जिन्हें हम मोम का पैकर समझते थे, इस हालात में तो पत्थर भी पिघल जाते। जिन्ना कुछ दिल्ली दे कोल जाके जो कुछ होया, वो जेड़ा सही राजा आ, जेड़ा नेक दिल आ, जिहदे च करुणा होवे, वो पिघल जाना सी। लेकिन ਇਹ ਐਸਾ ਉਹਨਾਂ ਦੇ ਪੂੰਜੀਪਤੀਆਂ ਦੇ ਐਸਾ ਜਿਹੜਾ ਹੈ ਪਦਾਰਥਵਾਦੀ ਸਮਾਜ ਦੀ ਐਸਾ ਇਹ ਪਾਸੇ ਉਲਟਿਆ ਹੈ। ਇਹੀ ਗੱਲ ਕਾਰਲ ਮਾਰਕਸ ਨੇ ਕਹੀ ਸੀ ਆਪਣੀ ਦਾਸ ਕੈਪੀਟਲ ਅਖਬਾਰ 'ਚ, ਇਸ ਕਿਤਾਬ 'ਚ, ਵੀ ਪੂਰੀ ਦੁਨੀਆ ਦਾ ਹਰ ਇਨਸਾਨ ਬਰਾਬਰ ਹੈ, ਉਹਦੇ ਹੱਕ ਹਕੂਕ ਬਰਾਬਰ ਨੇ, ਹਰ ਜਾਇਦਾਦ ਹਰ ਚੀਜ਼ ਦਾ ਉਹ ਬਰਾਬਰ ਲੁਤਫ ਲੈ ਸਕਦਾ। ਔਰ ਇਹ ਪਾੜਾ ਜਿਹੜਾ ਸਰਕਾਰਾਂ ਨੂੰ ਵਧਣ ਨਹੀਂ ਦੇਣਾ ਚਾਹੀਦਾ। ਇਹ ਕਿਹਾ ਸੀ ਕਾਰਲ ਮਾਰਕਸ, ਮਹਾਨ ਵਿਦਵਾਨ ਸੀ, ਉਹ ਇੱਕ ਕ੍ਰਾਂਤੀਕਾਰੀ ਸੀ। ਲੇਕਿਨ ਇੰਨਾ ਪਾੜਾ ਵੱਧ ਗਿਆ, ਤੁਹਾਡੇ ਸਾਹਮਣੇ ਹੈ, ਕਈ ਗੁਣਾ ਵੱਧ ਗਿਆ। ਔਰ ਇਹ ਪਾੜੇ ਨੂੰ ਆਪਾਂ ਘਟਾ ਸਕਦੇ ਹਾਂ ਆਪਣੇ ਪੰਜਾਬ ਦੇ ਵਤਨ 'ਚ। ਤੋਂ ਅਖੀਰ ਦੇ ਵਿੱਚ ਮੈਂ ਸਾਰੇ ਸੱਜਣ ਜੋ ਆਏ ਨੇ, ਪਰਦੇਸੀ ਸਾਹਿਬ, ਗਰੇਵਾਲ ਸਾਹਿਬ, ਗਿੱਲ ਸਾਹਿਬ, ਔਰ ਜਿਹੜੇ ਸਾਡੇ ਪ੍ਰਬੰਧਕ ਟੈਕਨੀਕਲ ਦੇ ਨੇ, ਉਬੀ ਸਾਹਿਬ ਤੇ ਅਮਰਜੀਤ ਜੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਇਹ ਜਿਹੜਾ ਇੱਕ ਅਸੀਂ ਰੂਹ ਦੀ ਖੁਰਾਕ ਪੇਸ਼ ਕੀਤੀ ਹੈ, ਇੱਕ ਕਾਵ ਦਾ ਇੱਕ ਰੰਗ ਹੈ, ਇਹ ਵੀ ਇੱਕ ਅਸਰ ਕਰਦਾ ਹੈ। ਔਰ ਇਹਦੇ ਨਾਲ ਦੂਰ ਦੂਰ ਤੱਕ ਸੁਨੇਹਾ ਆਪਾਂ ਪਹੁੰਚਾਇਆ ਹੈ। ਤੋਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।